ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ। ਗੁਰੂ ਧਨ ਹੈ, ਗੁਰੂ ਵਾਹ ਹੈ। ਖਾਲਸਾ ਗੁਰੂ ਦੀ ਫੌਜ ਹੈ, ਅਕਾਲ ਪੁਰਖ ਦੀ ਫੌਜ ਨਹੀਂ ਹੈ, ਗੁਰੂ ਦੀ ਫੌਜ ਹੈ। ਕਿਉਂਕਿ ਗੁਰੂ ਨੇ ਹੀ ਇਸ ਧਰਤੀ ਉੱਤੇ ਖਾਲਸਾ ਸਾਜਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਪਹਿਲੇ 5 ਸਿੱਖ ਗੁਰੂ ਸਾਹਿਬਾਨ ਅਤੇ 9ਵੇਂ ਗੁਰੂ ਜੀ, ਉੱਥੇ 15 ਭਗਤਾਂ ਦੀ ਬਾਣੀ ਵੀ ਸ਼ਾਮਲ ਹੈ, ਜਿਨ੍ਹਾਂ ਵਿੱਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਜੈਦੇਵ ਜੀ, ਭਗਤ ਪੀਪਾ ਜੀ, ਭਗਤ ਸੂਰਦਾਸ ਜੀ, ਇਸ ਤਰ੍ਹਾਂ ਸ਼ੇਖ ਫਰੀਦ ਜੀ, ਪਰਮਾਨੰਦ ਜੀ, ਸਦਨਾ ਜੀ, ਬੇਣੀ ਜੀ, ਰਾਮਾਨੰਦ ਜੀ, ਭੀਖਣ ਜੀ। ਤੋ ਇਹ 15 ਭਗਤ ਹਨ। ਭਗਤਾਂ ਦੀ ਸ਼੍ਰੇਣੀ ਵਿੱਚ 11 ਭੱਟ ਹਨ, ਜਿਵੇਂ ਕਲਸਹਾਰ, ਜਾਲਪ, ਕੀਰਤ, ਭਿੱਖਾ, ਸੱਲ੍ਹ, ਭੱਲ, ਨੱਲ, ਗਯੰਦ, ਮਥੁਰਾ, ਬੱਲ, ਹਰਿਵੰਸ। ਇਸ ਤੋਂ ਬਿਨਾਂ ਸੱਤਾ, ਬਲਵੰਡ ਅਤੇ ਭਾਈ ਸੁੰਦਰ ਜੀ। ਇਸ ਤਰ੍ਹਾਂ ਇਹ 35 ਬਾਣੀਕਾਰ ਹਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿੱਚ ਜਿਨ੍ਹਾਂ ਦਾ ਯੋਗਦਾਨ ਹੈ ਬਾਣੀ ਦੇ ਤੌਰ 'ਤੇ। ਸੋ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਬਾਣੀ ਦੀ। ਉਹਨਾਂ ਦੇ 40 ਸ਼ਬਦ ਹਨ, 16 ਰਾਗਾਂ ਵਿੱਚ 40 ਸ਼ਬਦ ਹਨ, ਜਿਨ੍ਹਾਂ ਦੇ ਸੰਖੇਪ ਅਰਥ ਵਿਚਾਰੇ ਜਾਣੇ ਹਨ। ਸੈਂਟੈਂਸ ਟੂ ਸੈਂਟੈਂਸ ਮੀਨਿੰਗ, ਬਿਨਾਂ ਸਾਖੀਆਂ ਤੋਂ, ਬਿਨਾਂ ਵਾਧੇ ਤੋਂ, ਬਿਨਾਂ ਕਿਸੇ ਵਿਸਥਾਰ ਤੋਂ ਸੰਖੇਪ ਅਰਥ ਵਿਚਾਰਨੇ ਹਨ। ਤੋਂ ਪਹਿਲਾਂ ਬਾਬਾ ਰਵਿਦਾਸ ਜੀ ਬਾਰੇ ਕੁਝ ਵਿਦਵਾਨਾਂ ਨੇ ਪੁਸਤਕਾਂ ਵਿੱਚ ਜੋ ਲਿਖਿਆ, ਝੂਠੀਆਂ ਮੂਠੀਆਂ ਕਹਾਣੀਆਂ ਬਣਾ ਕੇ ਲਿਖਿਆ। ਉਹਨਾਂ ਵਿੱਚ 2 ਲਿਖਾਰੀ, ਇੱਕ ਮੈਕਾਲਫ ਹੈ, ਮਿਸਟਰ M.A. ਮੈਕਾਲਫ, ਜਿਸ ਨੇ ਸਿੱਖ ਰਿਲੀਜਨ ਨਾਂ ਦੀ ਅੰਗਰੇਜ਼ੀ ਵਿੱਚ ਕਿਤਾਬ ਲਿਖੀ ਹੈ। ਦੂਸਰਾ ਲਿਖਾਰੀ ਹੈ ਗੁਰਭਗਤ ਮਾਲ ਦਾ, ਇਹ ਨਿਰਮਲਿਆਂ ਵਿੱਚੋਂ ਸੀ। ਗੁਰਭਗਤ ਮਾਲ ਦਾ ਲਿਖਾਰੀ ਕਰਮਕਾਂਡੀਆਂ ਵਿੱਚੋਂ। ਤਾਂ ਇਹਨਾਂ ਨੇ ਬਾਬਾ ਰਵਿਦਾਸ ਜੀ ਦੇ ਜੀਵਨ ਬਾਰੇ ਬਹੁਤ ਉਲਟ ਪੁਲਟ ਗੱਲਾਂ ਲਿਖੀਆਂ ਹਨ, ਜਿਹੜੀਆਂ ਲੋਕਾਂ ਵਿੱਚ ਪ੍ਰਚਲਿਤ ਹੋ ਗਈਆਂ। ਤੋ ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਦੇ ਪਹਿਲੇ ਜਨਮ ਦੀ ਕਹਾਣੀ ਬਣਾ ਦਿੱਤੀ ਵੀ ਉਹ ਬ੍ਰਹਮਚਾਰੀ ਬ੍ਰਾਹਮਣ ਸਨ ਪਹਿਲਾਂ, ਫਿਰ ਉਹਨਾਂ ਨੂੰ ਸ਼ਰਾਪ ਮਿਲ ਗਿਆ, ਫਿਰ ਉਹ ਕਿਸੇ ਚਮਾਰ ਦੇ ਘਰ ਜਨਮ ਲੈ ਲਿਆ, ਅਤੇ ਚਮਾਰ ਦੇ ਘਰ ਜਨਮ ਲੈਣ ਨਾਲ ਜੰਮਦਿਆਂ ਹੀ ਰਾਮਾਨੰਦ ਜਿਹੜਾ ਸੀ ਉਹ ਰਵਿਦਾਸ ਜੀ ਦਾ ਗੁਰੂ ਬਣ ਗਿਆ। ਫਿਰ ਲਿਖਦੇ ਹਨ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਘਰ ਵਿੱਚ ਚੰਮ ਦੀ ਮੂਰਤੀ ਰੱਖੀ ਹੋਈ ਸੀ, ਉਹਦੀ ਪੂਜਾ ਕਰਦੇ ਸਨ, ਅਤੇ ਪੂਜਾ ਕਰਦਿਆਂ ਕਰਦਿਆਂ ਆਪਣਾ ਕਿਰਤਕਾਰ ਹੀ ਸਾਰੀ ਛੱਡ ਦਿੱਤੀ, ਕੰਮ ਹੀ ਛੱਡ ਦਿੱਤਾ ਘਰ ਨੂੰ ਚਲਾਉਣ ਵਾਲਾ। ਅਤੇ ਮਾਇਆ ਵੱਲੋਂ ਕਿ ਤੰਗੀ ਹੋ ਗਈ, ਬਹੁਤ ਬੜੀ ਗਰੀਬੀ ਆ ਗਈ। ਫਿਰ ਇਹ ਲਿਖਾਰੀ ਲਿਖਦੇ ਹਨ ਕਿ ਗਰੀਬੀ ਦੇਖ ਕੇ ਆਖੇ ਪਰਮਾਤਮਾ ਇੱਕ ਸਾਧੂ ਦੇ ਰੂਪ ਵਿੱਚ ਆ ਕੇ ਇਹਨਾਂ ਨੂੰ ਪਾਰਸ ਦਿੰਦਾ, ਅਤੇ ਇਹਨਾਂ ਨੇ ਪਾਰਸ ਵਰਤਿਆ ਹੀ ਨਹੀਂ। ਫਿਰ ਇੱਕ ਟੋਕਰੀ ਵਿੱਚ ਠਾਕਰ ਦੀ ਪੂਜਾ ਦਾ ਸਮਾਨ ਪਾ ਕੇ ਰੱਖਦੇ ਸਨ, ਅਤੇ ਉਹਦੇ ਵਿੱਚੋਂ ਮੋਹਰਾਂ ਨਿਕਲਣ ਲੱਗ ਪਈਆਂ 5-5, ਉਹ ਵੀ ਨਾ ਲਈਆਂ। ਅਤੇ ਇਸ ਤਰ੍ਹਾਂ ਇਹ ਲਿਖਦੇ ਹਨ ਕਿ
ਇਹ ਮਾਇਆ ਦੇ ਡਰ ਦੇ ਤੋਂ ਉਹਨਾਂ ਨੇ ਪੂਜਾ ਕਰਨੀ ਛੱਡਤੀ ਠਾਕੁਰ ਦੀ। ਇਹ ਗੱਲਾਂ ਸਾਰੀਆਂ ਗੁਰਬਾਣੀ ਦੇ ਉਲਟ ਹਨ। ਜਿਹੜੀ ਬਾਣੀ ਇਹਨਾਂ ਨੇ ਆਪ ਲਿਖੀ ਹੈ ਉਸ ਦੇ ਉਲਟੇ ਗੱਲਾਂ ਸਾਰੀਆਂ ਹਨ। ਫਿਰ ਲਿਖਦੇ ਨੇ, ਪ੍ਰਮਾਤਮਾ ਨੇ ਸੁਪਨੇ ਵਿੱਚ ਜਾ ਕੇ ਆਖਿਆ ਕਿ ਭਗਤ ਜੀ ਤੁਸੀਂ ਮੇਰੀ ਪੂਜਾ ਨਾ ਛੱਡੋ, ਮਾਇਆ ਲੈਣੋਂ ਇਨਕਾਰ ਨਾ ਕਰੋ, ਮੈਂ ਤੈਨੂੰ ਇਹ ਮੋਹਰਾਂ ਭੇਜਦਾ, ਲਈ ਜਾਓ, ਇਹ ਚੁੱਕੀ ਜਾਓ। ਤੇ ਫਿਰ ਕੀ ਕੀਤਾ, ਇਹ ਕਹਿੰਦੇ ਆ ਪ੍ਰਮਾਤਮਾ ਨੇ ਜਿਹੜੀ ਫਿਰ ਮਾਇਆ ਭੇਜੀ, ਇਹ ਲੈਣ ਲੱਗ ਪਏ। ਤੇ ਫਿਰ ਇਹਨਾਂ ਨੇ ਇੱਕ ਮੰਦਿਰ ਬਣਾ ਲਿਆ। ਫਿਰ ਇਹਨਾਂ ਨੇ ਆਪਣੇ ਦੂਰੀਆਂ ਛੱਤਾਂ ਵਾਲੇ ਚੁਬਾਰੇ ਬਣਾ ਲਏ, ਘਰ ਬਣਾ ਲਏ। ਫਿਰ ਭੰਡਾਰੇ ਚੱਲਣ ਲੱਗ ਪਏ। ਤੇ ਬ੍ਰਾਹਮਣਾਂ ਨੇ ਈਰਖਾ ਕੀਤੀ ਵੀ ਇਹ ਇੱਕ ਛੋਟੀ ਜਾਤ ਦਾ, ਇਹਦੇ ਕੋਲ ਇੰਨਾ ਸਮਾਨ ਕਿੱਥੋਂ ਆ ਗਿਆ। ਤੇ ਫਿਰ ਇਹ ਲਿਖਦੇ ਆ ਵੀ ਜਦੋਂ ਪਰਖ ਕੀਤੀ ਗਈ ਇਹਨਾਂ ਦੀ, ਤਾਂ ਫਿਰ ਬਾਬਾ ਰਵਿਦਾਸ ਜੀ ਦੇ ਠਾਕਰ ਜਿਹੜੇ ਨਦੀ ਤੇ ਤਰਨ ਲੱਗ ਪਏ, ਤੇ ਦੂਜਿਆਂ ਦੇ ਠਾਕਰ ਡੁੱਬ ਗਏ, ਪੱਥਰ ਦੇ ਬਣੇ। ਤੇ ਤੁਲਸੀ ਧੂਪ ਦੀਪ ਨਾਲ ਰਵਿਦਾਸ ਜੀ ਨੇ ਇਹਨਾਂ ਠਾਕਰਾਂ ਦੀ ਫਿਰ ਪੂਜਾ ਕੀਤੀ। ਹਾਲਾਂਕਿ ਇਹਨਾਂ ਦੀ ਗੁਰਬਾਣੀ ਵਿੱਚ ਕਿਤੇ ਵੀ ਇਹ ਗੱਲਾਂ ਨਹੀਂ ਹਨ ਕਿ ਇਹ ਠਾਕਰਾਂ ਦੀ ਪੂਜਾ ਕਰਦੇ ਸੀ। ਤੇ ਇਸ ਤਰ੍ਹਾਂ ਇਹ ਲਿਖਦੇ ਆ ਲਿਖਾਰੀ ਆਖੇ ਬਾਬਾ ਰਵਿਦਾਸ ਜੀ ਵੇਦ ਸ਼ਾਸਤਰਾਂ ਦੇ ਦੱਸੇ ਸਾਰੇ ਪੁੰਨ ਕਰਮ ਵੀ ਕਰਦੇ ਸੀ, ਵੇਦਾਂ ਦੇ ਸ਼ਾਸਤਰਾਂ ਦੇ। ਹਾਲਾਂਕਿ ਇਹਨਾਂ ਦੀ ਗੁਰਬਾਣੀ ਇਸ ਗੱਲ ਨੂੰ ਝੂਠ ਸਾਬਤ ਕਰਦੀ ਹੈ। ਫਿਰ ਇਹ ਲਿਖਦੇ ਆ ਵੀ ਬਾਬਾ ਰਵਿਦਾਸ ਜੀ ਨੇ ਜਨੇਊ ਵੀ ਪਾਇਆ ਹੋਇਆ ਸੀ, ਪਰ ਇਹ ਜਨੇਊ ਜਿਹੜਾ ਉਹ ਧਾਗੇ ਦਾ ਉੱਪਰ ਨਹੀਂ ਸੀ, ਇਹ ਚਮੜੀ ਦੇ ਹੇਠਾਂ ਸੀ, ਅੰਦਰਲੇ ਪਾਸੇ ਸੀ। ਤੋ ਇਦਾਂ ਦੀਆਂ ਕਹਾਣੀਆਂ ਮਨ ਘੜਤ ਜਿਹੜੀਆਂ ਇਹਨਾਂ ਦੋਹਾਂ ਲਿਖਾਰੀਆਂ ਨੇ ਆਪਣੀਆਂ ਕਿਤਾਬਾਂ 'ਚ ਲਿਖੀਆਂ, ਤੇ ਲੋਕਾਂ ਨੇ ਪੜ੍ਹ ਕੇ, ਪ੍ਰਚਾਰਕਾਂ ਨੇ ਪੜ੍ਹ ਕੇ ਇਹਨਾਂ ਨੂੰ ਗਾਂਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਤੇ ਲੋਕਾਂ ਵਿੱਚ ਪ੍ਰਚਲਿਤ ਹੋ ਗਈਆਂ। ਹਾਲਾਂਕਿ ਜਿਹੜੀ ਇਹਨਾਂ ਨੇ ਗੁਰਬਾਣੀ ਲਿਖੀ ਹੈ 40 ਸ਼ਬਦ, ਉਹ ਉਹਨਾਂ ਦੀ ਸਿੱਖਿਆ ਜਿਹੜੀ 40 ਸ਼ਬਦਾਂ ਦੀ ਹੈ, ਇਹਨਾਂ ਸਾਰੀਆਂ ਕਹਾਣੀਆਂ ਨੂੰ ਉਹ ਰੱਦ ਕਰਦੀ ਹੈ। ਤੋ ਇਸ ਤਰ੍ਹਾਂ ਇਹਨਾਂ ਮਹਾਂਪੁਰਖਾਂ ਦੇ ਜੀਵਨ ਬਾਰੇ ਇੱਦਾਂ ਦੀਆਂ ਕਹਾਣੀਆਂ ਘੜਨੀਆਂ ਮਨ ਘੜਤ ਇਹਨਾਂ ਦੀ ਗੁਰਬਾਣੀ ਦੇ ਉਪਦੇਸ਼ ਤੋਂ ਦੂਰ ਹੋਣ ਵਾਲੀ ਗੱਲ ਹੈ। ਇਹ ਗੱਲ ਚਿੱਤੇ ਰੱਖਣ ਵਾਲੀ ਹੈ ਕਿ ਬਾਬਾ ਰਵਿਦਾਸ ਜੀ ਦੀ ਬਾਣੀ ਬਾਬਾ ਨਾਨਕ ਦੇ ਕੋਲ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਹੀ ਉਹਨਾਂ ਸਾਰਿਆਂ ਭਗਤਾਂ ਦੀ ਬਾਣੀ ਆਪਣੇ ਕੋਲ ਲਿਖ ਕੇ ਰੱਖੀ, ਜਿਹੜੇ ਉਹਨਾਂ ਦੇ ਸਮਕਾਲੀ ਸਨ ਜਾਂ ਜਿਹੜੇ ਉਹਨਾਂ ਤੋਂ ਪਹਿਲਾਂ ਹੋ ਚੁੱਕੇ ਸਨ। ਜੇ ਬਾਣੀ ਬਾਬਾ ਨਾਨਕ ਨੂੰ ਚੰਗੀ ਲੱਗੀ ਤਾਂ ਉਹਨਾਂ ਨੇ ਆਪਣੇ ਕੋਲ ਲਿਖ ਕੇ ਰੱਖੀ। ਇਸ ਦਾ ਮਤਲਬ ਇਹ ਹੋਇਆ ਕਿ ਪੰਜਵੇਂ ਪਾਤਸ਼ਾਹ ਨੇ ਉਹ ਬਾਣੀ ਦਰਜ ਕਰ ਦਿੱਤੀ ਆਦਿ ਬੀੜ ਵਿੱਚ, ਜਿਹਨੂੰ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਇਹਦਾ ਮਤਲਬ ਹੈ ਜੋ ਸਿੱਖ ਗੁਰੂਆਂ ਦੀ ਬਾਣੀ ਹੈ ਉਹਦਾ ਉਪਦੇਸ਼ ਅਤੇ ਭਗਤਾਂ ਦੀ ਬਾਣੀ ਦਾ ਉਪਦੇਸ਼, ਇਹਦੇ ਵਿੱਚ ਕੋਈ ਅੰਤਰ ਨਹੀਂ ਹੈ। ਜੋ ਗੁਰੂ ਨਾਨਕ ਬਾਣੀ ਦਾ ਉਪਦੇਸ਼ ਹੈ ਉਹੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਉਪਦੇਸ਼ ਹੈ, ਇਹ 'ਚ ਕੋਈ ਅੰਤਰ ਨਹੀਂ ਹੈ। ਤੇ ਇਸ ਕਰਕੇ ਮਨ ਘੜਤ ਸਾਖੀਆਂ ਜਿਹੜੀਆਂ ਇਹ ਪ੍ਰਚਲਿਤ ਕੀਤੀਆਂ ਹਨ, ਇਹਨਾਂ ਤੋਂ ਬਚਣਾ ਚਾਹੀਦਾ। ਇਹਨਾਂ ਤੋਂ ਬਚਣ ਵਾਸਤੇ ਹੀ ਜੋ ਰਵਿਦਾਸ ਬਾਣੀ ਹੈ ਉਸਦੇ 40 ਸ਼ਬਦ ਹਨ, ਉਹਨਾਂ ਦੀ ਸੰਖੇਪ ਵਿਆਖਿਆ, ਸੰਖੇਪ ਅਰਥ ਕਰਨ ਦਾ ਇਹ ਉਪਰਾਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਕਿਰਪਾ ਨਾਲ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿੱਚ ਸ਼ਬਦ ਆਉਂਦਾ ਹੈ ਉਰਸਾ, ਤੇ ਇਹ ਉਰਸਾ ਸ਼ਬਦ ਜਿਹੜਾ ਹੈ ਰਵਿਦਾਸ ਬਾਣੀ ਵਿੱਚ ਵੀ ਆਉਂਦਾ ਹੈ, ਹੋਰ ਕਿਤੇ ਸ਼ਬਦ ਨਹੀਂ ਆਉਂਦਾ। ਇਸ ਤਰ੍ਹਾਂ ਓਲਗਣੀ, ਇਹ ਸ਼ਬਦ ਜਿਹੜੇ ਆ ਉਹ ਬਾਬਾ ਨਾਨਕ ਅਤੇ ਬਾਬਾ ਰਵਿਦਾਸ ਇਹਨਾਂ ਦੇ ਬਾਣੀ ਦੇ ਸਾਂਝੇ ਹਨ। ਤੋ ਇਸ ਤਰ੍ਹਾਂ ਇਹ ਬਾਣੀ ਜਿਹੜੀ ਹੈ ਬਾਬਾ ਨਾਨਕ ਕੋਲ ਸੀ ਸਾਰੀ, ਤੇ ਇਸ ਬਾਣੀ ਦਾ ਉਪਦੇਸ਼ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਦਾ ਉਪਦੇਸ਼ ਹੈ। ਇਹਨਾਂ ਦੇ ਉਪਦੇਸ਼ ਵਿੱਚ ਕੋਈ ਅੰਤਰ ਨਹੀਂ ਹੈ। ਤੇ ਇਸ ਕਰਕੇ ਇਹ ਜਿਹੜੀਆਂ ਮਨ ਘੜਤ
ਕਹਾਣੀਆਂ ਲੇਖਕਾਂ ਨੇ ਪ੍ਰਚਲਿਤ ਕੀਤੀਆਂ ਹਨ। ਇਹਨਾਂ ਨੂੰ ਜੋ ਰਵਿਦਾਸ ਬਾਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਮੂਲੋਂ ਹੀ ਰੱਦ ਕਰਦੀ ਹੈ। ਪਹਿਲਾ ਸ਼ਬਦ ਜਿਹੜਾ ਹੈ ਰਵਿਦਾਸ ਬਾਣੀ ਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 93 ਉੱਤੇ ਹੈ। ਇਹ ਸ਼੍ਰੀ ਰਾਗ ਦਾ ਸ਼ਬਦ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੋ ਇਹਦੇ ਵਿੱਚ ਸੰਖੇਪ ਅਰਥ ਕਿਉਂਕਿ ਕਰਨੇ ਹਨ, ਕੋਈ ਬਹੁਤੀ ਵਿਆਖਿਆ ਨਹੀਂ ਕਰਨੀ ਤਾਂ ਕਿ ਥੋੜ੍ਹੇ ਸ਼ਬਦਾਂ ਵਿੱਚ ਹੀ ਸਮਝ ਆ ਜਾਏ ਕਿ ਬਾਣੀ ਦੇ ਜਿਹੜੇ ਸੰਖੇਪ ਭਾਵ ਜਿਹੜੇ ਉਹ ਕੀ ਹਨ। ਸੋ ਤੋਹੀ ਮੋਹੀ ਮੋਹੀ ਤੇ ਤੋਹੀ, ਹੇ ਪ੍ਰਭੂ ਤੇਰੇ ਤੇ ਮੇਰੇ ਵਿੱਚ, ਮੇਰੇ ਤੇ ਤੇਰੇ ਵਿੱਚ ਕਿਸ ਤਰ੍ਹਾਂ ਦਾ ਅੰਤਰ ਹੈ, ਕਿਸ ਤਰ੍ਹਾਂ ਦੀ ਵਿੱਥ ਹੈ। ਤੇ ਜਵਾਬ ਦਿੰਦੇ ਹਨ ਕਨਕ ਕਟਿਕ ਜਲ ਤਰੰਗ ਜੈਸਾ। ਇਹ ਅੰਤਰ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੋਨੇ ਤੇ ਸੋਨੇ ਦੇ ਕੜਿਆਂ ਵਿੱਚ ਹੁੰਦਾ ਹੈ, ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਹੁੰਦਾ ਹੈ। ਜੋ ਪੈ ਹਮਨਾ ਪਾਪ ਕਰੰਤਾ ਹੇ ਅਨੰਤਾ। ਇਹ ਬੇਅੰਤ, ਇਹ ਪ੍ਰਭੂ ਜੀ ਜੇ ਅਸੀਂ ਪਾਪ ਨਾ ਕਰਦੇ, ਅਸੀਂ ਜੀਵ ਪਾਪ ਨਾ ਕਰਦੇ ਤਾਂ ਤੇਰਾ ਨਾਮ ਜਿਹੜਾ ਹੈ ਉਹ ਪਵਿੱਤਰ ਪਾਵਨ ਕਿਵੇਂ ਹੁੰਦਾ। ਇਸ ਦਾ ਭਾਵ ਇਹ ਨਹੀਂ ਲੈਣਾ ਕਿ ਪਾਪ ਕਰਨੇ ਸ਼ੁਰੂ ਕਰ ਦਿਓ। ਇਹ ਭਗਤਾਂ ਦਾ ਰੱਬ ਨਾਲ ਪ੍ਰੇਮ ਹੈ ਕਿ ਸਹਿਜ ਸੁਭਾਅ ਗੱਲ ਕੀਤੀ ਹੈ ਕਿ ਲੋਕ ਜਿਹੜੇ ਆ ਉਹ ਪਾਪ ਨਾ ਕਰਦੇ ਤਾਂ ਤੁਹਾਡਾ ਨਾਮ ਪਤਿਤ ਪਾਵਨ ਨਹੀਂ ਸੀ ਪੈਣਾ। ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ, ਤੁਮ ਜੋ ਨਾਇਕ ਆਛੋ ਅੰਤਰਜਾਮੀ। ਹੇ ਪ੍ਰਭੂ ਤੁਸੀਂ ਸਾਡੇ ਮਾਲਕ ਹੋ ਅਤੇ ਦਿਲਾਂ ਦੀ ਜਾਣਨ ਵਾਲੇ ਹੋ। ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸੁਆਮੀ। ਮਾਲਕ ਜਿਹੜਾ ਹੈ ਪ੍ਰਭੂ ਤੋਂ ਉਸ ਦਾ ਸੇਵਕ ਪਛਾਣਿਆ ਜਾਂਦਾ ਹੈ ਅਤੇ ਜਨ ਤੇ ਸੁਆਮੀ, ਸੇਵਕ ਤੋਂ ਉਸ ਦਾ ਮਾਲਕ ਪਛਾਣਿਆ ਜਾਂਦਾ ਹੈ। ਗੱਲਾਂ ਬਾਤਾਂ ਤੋਂ, ਗੁਣਾਂ ਤੋਂ ਪਤਾ ਲੱਗ ਜਾਂਦਾ ਹੈ। ਸਰੀਰ ਅਰਾਧ ਹੈ ਮੋਕੋ ਵਿਚਾਰ ਦੇਹੂ। ਹੇ ਪ੍ਰਭੂ ਪਾਤਸ਼ਾਹ ਮੈਨੂੰ ਇਹ ਇੱਕ ਸਮਝ ਦਿਓ, ਸੂਝ ਬਖਸ਼ੋ। ਕਿਹੜੀ? ਸਰੀਰ ਆਰਾਧ ਹੈ। ਇਹ ਮੇਰਾ ਜਿਹੜਾ ਸਰੀਰ ਹੈ ਇਹ ਤੈਨੂੰ ਯਾਦ ਕਰਦਾ ਰਹੇ, ਤੇਰੀ ਯਾਦ ਆਪਣੇ ਵਿੱਚ ਟਿਕਾ ਕੇ ਰੱਖੇ। ਕਦੋਂ ਤੱਕ? ਰਵਿਦਾਸ ਦਲ ਸਮਝਾਵੇ ਕੋ। ਤੂੰ ਜਿੰਨਾ ਚਿਰ ਇਹ ਸਰੀਰ ਵਿੱਚ ਸਾਹ ਹੈ, ਇਹ ਸਰੀਰ ਕਾਇਮ ਹੈ ਤਾਂ ਮੈਨੂੰ ਆਪਣੀ ਯਾਦ ਬਖਸ਼ੋ, ਮੈਂ ਤੇਰੀ ਯਾਦ ਵਿੱਚ ਰਹਾਂ। ਅਤੇ ਰਵਿਦਾਸ ਸਮਦਲ ਸਮਝਾਵੇ ਕੋ। ਅਤੇ ਮੈਨੂੰ ਰਵਿਦਾਸ ਨੂੰ ਕੋਈ ਸੰਤ ਜਨ ਇਹ ਵੀ ਗੱਲ ਦੱਸ ਦੇਵੇ, ਸਮਝਾ ਦੇਵੇ। ਕਿਹੜੀ? ਕਿ ਹੇ ਪ੍ਰਭੂ ਤੂੰ ਸਭ ਤਾਈਂ ਵਿਆਪਕ ਹੈ, ਸਮਦਲ ਹੈ, ਦਲਾਂ ਵਿੱਚ ਸਮਾਨ ਵਰਤਣ ਵਾਲਾ ਹੈ, ਭਾਵ ਸਭ ਜੀਵਾਂ ਵਿੱਚ ਵਿਆਪਕ ਹੈ। ਅਗਲਾ ਸ਼ਬਦ ਜਿਹੜਾ ਹੈ 345 ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਵਿੱਚ ਹੈ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਤੋ ਇਹ ਸਿਰਲੇਖ ਹੈ ਤੇ ਇਸ ਦੇ ਨਾਲ ਸੰਖੇਪ ਤੌਰ ਤੇ ਮੰਗਲਾਚਰਨ ਲਿਖਿਆ ਹੈ। ਸੋ ਪਾਠ ਇਹਦਾ ਕਰਾਂਗੇ, ਪਹਿਲਾਂ ਮੰਗਲਾਚਰਨ ਪੜਾਂਗੇ। ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦਿ। ਤੋ ਸੰਖੇਪ ਅਰਥ ਇਹਦੇ
ਰੱਬ ਇੱਕ ਹੈ, ਕੋਈ ਦੇਵੀ ਜਾਂ ਦੇਵਤਾ ਇਹ ਰੱਬ ਨਹੀਂ। ਦੇਵੀਆਂ ਬਹੁਤ ਹਨ, ਦੇਵਤੇ ਬਹੁਤ ਹਨ, ਉਹ ਸਾਰੇ ਰੱਬ ਨਹੀਂ। ਕੋਈ ਦੇਵੀ ਦੇਵਤਾ ਰੱਬ ਨਹੀਂ। ਇੱਥੇ ਜਿਹੜਾ ਏਕਾ ਲੱਗਾ ਹੈ ਪਹਿਲਾਂ, ਇਹ ਸਪਸ਼ਟ ਕਰਦਾ ਹੈ ਕਿ ਰੱਬ ਕੇਵਲ ਇੱਕੋ ਹੀ ਹੈ। ਉਹ ਕਿਸ ਤਰ੍ਹਾਂ ਦਾ ਹੈ? ਓੰਕਾਰ। ਕਾਰ ਦਾ ਮਤਲਬ ਹੈ ਲਗਾਤਾਰ ਜੋ ਕਾਇਮ ਹੈ ਸ੍ਰਿਸ਼ਟੀ ਵਿੱਚ, ਉਹ ਰੱਬ ਹੈ ਜਿਹੜਾ ਕਿਤੇ ਜਾਂਦਾ ਨਹੀਂ ਇੱਥੋਂ। ਸਤ, ਉਹਦਾ ਨਾਮ ਜਿਹੜਾ ਹੈ ਉਹ ਸੱਚ ਹੈ, ਹੋਂਦ ਵਾਲਾ ਹੈ, ਐਗਜ਼ਿਸਟੈਂਟ ਹੈ। ਉਹ ਨਾਮ ਨਾਮਣੇ ਵਾਲਾ ਹੈ। ਤੋ ਜਿਹੜਾ ਸੱਚ ਹੈ, ਜਿਹਦੀ ਹੋਂਦ ਹੈ, ਉਹਦਾ ਨਾਮ ਵੀ ਹੁੰਦਾ ਹੈ, ਨਾਮਣੇ ਵਾਲਾ ਹੈ। ਕਰਤਾ, ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਕੋਈ ਦੇਵੀ ਦੇਵਤਾ ਸੰਸਾਰ ਨੂੰ ਪੈਦਾ ਕਰਨ ਵਾਲਾ ਨਹੀਂ। ਇੱਕ ਓਂਕਾਰ ਹੀ ਸੰਸਾਰ ਦਾ ਕਰਤਾ ਹੈ। ਪੁਰਖ, ਪੁਰਖ ਹੁੰਦਾ ਜਿਸ ਦੀ ਜੋਤ ਸਾਰਿਆਂ ਵਿੱਚ ਵਿਰਾਜਮਾਨ ਹੈ। ਗੁਰ ਪ੍ਰਸਾਦਿ, ਗੁਰ ਦਾ ਮਤਲਬ ਗੁਰੂ ਦੀ, ਪ੍ਰਸਾਦ ਹੀ ਮੈਨੇ ਕਿਰਪਾ ਨਾਲ। ਤੋ ਗੁਰੂ ਦੀ ਕਿਰਪਾ ਨਾਲ ਇਹੋ ਜਿਹਾ ਜਿਹੜਾ ਇੱਕ ਓਂਕਾਰ ਹੈ, ਇਸ ਨਾਲ ਸਾਂਝ ਬਣਦੀ ਹੈ। ਇਸ ਦੀ ਯਾਦ ਜਿਹੜੀ ਹੈ ਉਹ ਮਨ ਵਿੱਚ ਆਉਂਦੀ ਹੈ। ਰਾਗ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਆਰੇਰੀ, ਇਹ ਰਾਗ ਦਾ ਨਾਂ ਹੈ। ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ। हे ਪ੍ਰਭੂ, ਦਿਨ ਰਾਤ ਮੈਨੂੰ ਇਹ ਸੋਚ ਲੱਗੀ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ। ਮੇਰੀ ਸੰਗਤ ਪੋਚ, ਤੇ ਲੋਕ ਕਹਿੰਦੇ ਹਨ ਕਿ ਇਹਦੀ ਸੰਗਤ ਜਿਹੜੀ ਹੈ ਉਹ ਮਾੜੀ ਹੈ। ਮਾੜੇ ਲੋਕਾਂ ਨਾਲ, ਨੀਚਾਂ ਨਾਲ ਇਸ ਦਾ ਬਹਿਣ ਖਲੋਣ ਹੈ। ਜਨਮ ਕੁਪਾਂਤੀ, ਅਤੇ ਜਿਹੜਾ ਮੇਰਾ ਜਨਮ ਹੈ ਉਹ ਵੀ ਨੀਵੀਂ ਜ਼ਾਤ ਦੇ ਵਿੱਚੋਂ ਹੈ। ਮੇਰਾ ਕੀ ਬਣੇਗਾ, ਕੀ ਹੋਏਗਾ, ਕਿਉਂਕਿ ਇਹ ਲੋਕਾਂ ਦੇ ਤਾਨੇ ਮੇਣੇ ਚੱਲਦੇ ਰਹਿੰਦੇ ਸਨ। ਰਾਮ ਗੁਸਈਆਂ ਜੀ ਕੇ ਜੀਵਨਾ, हे ਰਾਮ, हे ਸੋਹਣੇ ਗੁਸਾਈ, ਧਰਤੀ ਦੇ ਮਾਲਕ ਪ੍ਰਭੂ, ਜੀ ਕੇ ਜੀਵਨਾ, ਤੁਸੀਂ ਮੇਰੀ ਜ਼ਿੰਦ ਦੇ ਆਸਰੇ ਹੋ। ਮੋਹ ਨਾ ਵਿਸਾਰੋ, ਮੈਨੂੰ ਤੁਸੀਂ ਭੁਲਾ ਨਾ ਦਿਓ। ਮੈਂ ਜਨ ਤੇਰਾ, ਮੈਂ ਤਾਂ ਤੇਰਾ ਦਾਸ ਹਾਂ, ਤੁਸੀਂ ਨਾ ਮੈਨੂੰ ਭੁਲਾ ਦਿਓ। ਲੋਕ ਭਾਵੇਂ ਤਾਨੇ ਮੇਣੇ ਮਾਰਦੇ ਰਹਿਣ, ਪਰ ਤੁਸੀਂ ਮੈਨੂੰ ਆਪਣੀ ਨਜ਼ਰ ਵਿੱਚੋਂ ਕੱਢ ਨਾ ਦਿਓ। ਰਹਾਉ, ਮੇਰੀ ਹਰੋ ਵਿਪੱਤੀ, ਮੇਰੀ ਬਿਪਤਾ ਜਿਹੜੀ ਹੈ ਇਹ ਕੱਟ ਦਿਓ। ਜਨ ਕਰੋ ਸੁਭਾਈ, ਅਤੇ ਮੈਨੂੰ ਚੰਗੀ ਭਾਵਨਾ ਵਾਲਾ ਸੇਵਕ ਬਣਾ ਲਓ। ਚਰਨ ਨਾ ਛੱਡੋ, ਮੈਂ ਆਪ ਜੀ ਦੇ ਚਰਨ ਨਹੀਂ ਛੱਡਾਂਗਾ। ਭਾਵ ਮੈਂ ਤੁਹਾਡੀ ਜਿਹੜੀ ਯਾਦ ਹੈ ਉਹ ਮਨ ਵਿੱਚੋਂ ਕਦੇ ਵੀ ਨਹੀਂ ਕੱਢਾਂਗਾ। ਸਰੀਰ ਕਲ ਜਾਈ, ਭਾਵੇਂ ਸਰੀਰ ਦੀ ਕਲ ਮੈਨੂੰ ਸੱਤਿਆ ਚਲੀ ਜਾਵੇ, ਪਰ ਮੈਂ ਤੁਹਾਡਾ ਨਾਮ ਨਹੀਂ ਛੱਡਾਂਗਾ, ਤੁਹਾਡੀ ਯਾਦ ਮਨ ਵਿੱਚੋਂ ਨਹੀਂ ਕੱਢਾਂਗਾ। ਕਹੋ ਰਵਿਦਾਸ, ਪਰੋਂ ਤੇਰੀ ਸਾਂਭਾ। हे ਮੇਰੇ ਪ੍ਰਭੂ, हे ਰਵਿਦਾਸ ਆਖ, ਮੈਂ ਤੇਰੀ ਸ਼ਰਨ ਵਿੱਚ ਹਾਂ, ਪਰੋਂ ਤੇਰੀ ਸਾਂਭਾ। ਤੇਰੀ ਸ਼ਰਨ ਵਿੱਚ ਆਇਆ ਹਾਂ। ਬੇਗ ਮਿਲੋ ਜਨ, ਮੈਨੂੰ ਸੇਵਕ ਨੂੰ ਛੇਤੀ ਮਿਲੋ। ਮੈਨੂੰ ਆਸਰਾ ਦਿਓ, ਮੈਨੂੰ ਸਹਾਰਾ ਦਿਓ। ਕਰਨਾ ਬਿਲੰਬਾ, ਢਿੱਲ ਨਾ ਕਰੋ। ਤੋ ਇਸ ਤਰ੍ਹਾਂ ਅਰਦਾਸ ਹੈ ਪ੍ਰਭੂ ਦੇ ਦਰ ਦੇ ਉੱਤੇ ਕਿ ਭੈੜੀ ਸੰਗਤ ਤੋਂ ਬੰਦਾ ਬਚਿਆ ਰਹੇ ਤੇ ਪ੍ਰਭੂ ਦੀ ਸ਼ਰਨ ਵਿੱਚ ਰਹੇ। ਇਹ ਇੱਕ ਅਰਦਾਸ ਹੈ ਇਸ ਸ਼ਬਦ ਰਾਹੀਂ ਕੀਤੀ ਗਈ, ਜਿਹੜੀ ਕਿ ਸਾਡੇ ਸਾਰਿਆਂ ਵਾਸਤੇ ਹੈ। ਅਗਲਾ ਸ਼ਬਦ ਹੈ ਬੇਗਮ ਪੁਰਾ ਸ਼ਹਿਰ ਕੋ ਨਾਮ। ਸੋ ਇਸ ਨੂੰ ਪੜ੍ਹਨਾ ਬੇਗਮ, ਬੇ ਪਲੱਸ ਗਮ, ਗੱਗੇ ਪੈਰ 'ਚ ਬਿੰਦੀ ਵਾਲਾ ਇਹ ਸ਼ਬਦ ਹੈ ਗਮ। ਗਮ ਤੋਂ ਬਣਾ, ਜਿੱਥੇ ਗਮ ਕੋਈ ਨਹੀਂ। ਜੇ ਸਿੱਧਾ ਬੇਗਮ ਪੜ੍ਹਾਂਗੇ ਤਾਂ ਬੇਗਮਾਂ ਜਿਹੜੀਆਂ ਹੁੰਦੀਆਂ ਹਨ ਉਹ ਬਾਦਸ਼ਾਹ ਦੀਆਂ ਬੇਗਮਾਂ ਹੁੰਦੀਆਂ ਹਨ, ਪਰ ਉੱਥੇ ਇਹ ਬੇਗਮ ਦਾ ਅਰਥ ਇਹ ਔਰਤਾਂ ਨਹੀਂ, ਇਹ ਹੈ ਬੇਗਮ। ਸੋ ਬੇਗਮ ਦਾ ਮਤਲਬ ਹੈ ਜਿੱਥੇ ਕੋਈ ਗਮ ਨਹੀਂ ਹੈ। ਬੇਗਮ ਪੁਰਾ ਸ਼ਹਿਰ ਕੋ ਨਾਮ।
ਤੋ ਇੱਥੇ ਜਿਹੜਾ ਬੇਗਮਪੁਰਾ ਹੈ, ਇਹ ਕੋਈ ਇੱਟਾਂ ਵੱਟਿਆਂ ਦਾ ਬਣਾਇਆ ਹੋਇਆ ਸ਼ਹਿਰ ਨਹੀਂ ਹੈ। ਇਹ ਇੱਕ ਮਨੁੱਖੀ ਮਨ ਦੀ ਅਵਸਥਾ ਦਾ ਜ਼ਿਕਰ ਹੈ। ਇੱਥੇ ਆਤਮਿਕ ਅਵਸਥਾ ਦਾ ਜ਼ਿਕਰ ਹੈ। ਉਹ ਸ਼ਹਿਰ ਜਿਹੜਾ ਹੈ ਉਹ ਆਤਮਿਕ ਅਵਸਥਾ ਰੂਪੀ ਸ਼ਹਿਰ ਹੈ। ਇਹ ਕੋਈ ਇੱਟਾਂ ਵੱਟਿਆਂ ਦਾ ਕੋਠਾ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਮ। ਤੋ ਜਿਸ ਜਿਹੜੀ ਆਤਮਿਕ ਅਵਸਥਾ ਰੂਪੀ ਸ਼ਹਿਰ ਵਿੱਚ ਮੈਂ ਵਸਦਾ ਹਾਂ, ਉਹਦਾ ਸ਼ਹਿਰ ਦਾ ਨਾਂ ਕੀ ਹੈ? ਗੁਰੂ ਰਵਿਦਾਸ ਜੀ ਕਹਿੰਦੇ ਹਨ ਬੇਗਮਪੁਰਾ। ਉਹਦਾ ਨਾਂ ਹੈ ਬੇਗਮਪੁਰਾ। ਐਸੀ ਅਵਸਥਾ ਦਾ ਨਾਂ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ ਹੈ। ਦੁੱਖ ਅੰਦੋਹ ਨਹੀਂ ਤੇ ਠਾਂ। ਤੋ ਉਸ ਥਾਂ ਦੇ ਉੱਤੇ, ਉਸ ਅਵਸਥਾ ਵਿੱਚ ਨਾ ਕੋਈ ਕਲੇਸ਼ ਹੈ, ਦੁੱਖ ਹੈ, ਨਾ ਚਿੰਤਾ ਹੈ, ਨਾ ਕੋਈ ਘਬਰਾਹਟ ਹੈ, ਨਾ ਤਸ਼ਵੀਸ਼, ਖਿਰਾਜ਼, ਨਾ ਮਾਲ, ਤੇ ਨਾ ਉੱਥੇ ਚਿੰਤਾ, ਨਾ ਕੋਈ ਘਬਰਾਹਟ ਹੈ। ਖਿਰਾਜ਼ ਨਾ ਮਾਲ, ਨਾ ਉੱਥੇ ਦੁਨੀਆ ਵਾਲੀ ਕੋਈ ਜਾਇਦਾਦ ਹੈ। ਇਹ ਐਸੀ ਅਵਸਥਾ ਹੈ, ਜਾਇਦਾਦ ਦਾ ਉੱਥੇ ਕੋਈ ਮਾਣ ਨਹੀਂ ਹੈ, ਤੇ ਉੱਥੇ ਨਾ ਹੀ ਜਾਇਦਾਦ ਨੂੰ ਕੋਈ ਖਰਾਜ, ਕੋਈ ਮਸੂਲ ਲਾਉਣ ਵਾਲਾ ਹੈ। ਖੌਫ ਨਾ ਖਤਾ। ਤੇ ਉਹ ਅਵਸਥਾ ਜਿਹੜੀ ਹੈ, ਉੱਥੇ ਕਿਸੇ ਪਾਪ ਕਰਮ ਦਾ ਖਤਰਾ ਵੀ ਨਹੀਂ, ਖੌਫ ਡਰ ਵੀ ਨਹੀਂ। ਖੌਫ ਨਾ ਖਤਾ। ਖਤਾ ਤੋਂ ਭਾਵ ਪਾਪ। ਨਾ ਤਰਸ ਜ਼ਵਾਲ। ਕੋਈ ਡਰ ਵੀ ਨਹੀਂ ਹੈ, ਕੋਈ ਗਿਰਾਵਟ ਨਹੀਂ ਹੈ। ਐਸੀ ਅਵਸਥਾ ਹੈ ਮਨ ਦੀ ਬੇਗਮਪੁਰੇ ਦੀ, ਜਿੱਥੇ ਮੈਂ ਵਸਦਾ ਹਾਂ। ਅਬ ਮੋਹ ਖੂਬ ਵਤਨ ਗਹ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਸੋ ਮੇਰੇ ਭਾਈ ਦਾ ਮਤਲਬ ਮੇਰੇ ਵੀਰ, ਹੁਣ ਮੈਂ ਆਪਣੇ ਵਸਣ ਵਾਸਤੇ ਇੱਦਾਂ ਦੀ ਸੋਹਣੀ ਜਗ੍ਹਾ ਜਿਹੜੀ ਉਹ ਲੱਭ ਲਈ ਹੈ। ਅਬ ਮੋਹ ਖੂਬ ਦਾ ਮਤਲਬ ਹੈ ਵਧੀਆ। ਵਤਨ ਗਹ ਪਾਈ, ਥਾਂ ਲੱਭ ਲਈ ਹੈ ਸੋਹਣੀ ਵਸਣ ਵਾਸਤੇ। ਇਹ ਮੇਰੇ ਵੀਰ, ਉਹਾਂ ਖੈਰ ਏ, ਉੱਥੇ ਸਦਾ ਸੁੱਖ ਹੀ ਸੁੱਖ ਹੈ, ਕਿਉਂਕਿ ਉਹ ਬੇਗਮਪੁਰੇ ਵਾਲੀ ਅਵਸਥਾ ਹੈ। ਰਹਾ ਕਾਇਮ ਦਾਇਮ ਸਦਾ ਪਾਤਸ਼ਾਹੀ। ਤਾਂ ਉਹ ਮਨ ਦੀ ਅਵਸਥਾ ਐਸੀ ਹੈ ਜਿੱਥੇ ਉੱਥੇ ਇੱਕ ਐਸੀ ਪਾਤਸ਼ਾਹੀ ਹੈ। ਉਹ ਅਵਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਹੀ ਕਾਇਮ ਰਹਿਣ ਵਾਲੀ, ਟਿਕੀ ਰਹਿਣ ਵਾਲੀ ਹੈ। ਦੋਮ ਨਾ ਸੇਮ। ਉੱਥੇ ਕਿਸੇ ਦਾ ਕੋਈ ਦੂਜਾ ਜਾਂ ਤੀਜਾ ਦਰਜਾ ਨਹੀਂ ਹੈ। ਏਕ ਸੋ ਆਹੀ। ਤੋ ਸਭ ਉੱਥੇ ਇੱਕੋ ਜਿਹੇ ਮਹਿਸੂਸ ਹੁੰਦੇ ਹਨ, ਸਭ ਉੱਥੇ ਇੱਕੋ ਜਿਹੇ ਜਾਪਦੇ ਹਨ। ਕੋਈ ਦੋਮ ਸੇਮ ਨਹੀਂ ਲੱਗਦਾ, ਇੱਕੋ ਜਿਹੇ ਰੱਬ ਦੇ ਸਾਰੇ ਜੀਵ ਜਾਪਦੇ ਹਨ। ਤਿਉਂ ਤਿਉਂ ਸੈਲ ਕਰਹੀਂ ਜਿਉਂ ਭਾਵੈ। ਤੋ ਉਸ ਅਵਸਥਾ ਵਿੱਚ ਕੀ ਹੁੰਦਾ ਹੈ? ਤਿਉਂ ਤਿਉਂ ਸੈਲ ਕਰੇ। ਉੱਥੇ ਜਿਵੇਂ ਜਿਵੇਂ ਬੰਦਾ ਚਾਹੁੰਦਾ ਹੈ, ਉਸ ਤਰ੍ਹਾਂ ਉੱਥੇ ਰਹਿਣ ਵਾਲੇ, ਉਸ ਅਵਸਥਾ ਵਿੱਚ ਵਸਣ ਵਾਲੇ ਸੈਲ ਤੋਂ ਭਾਵ ਸੈਰ ਕਰਦੇ ਹਨ, ਵਿਚਰਦੇ ਹਨ, ਚਲਦੇ ਫਿਰਦੇ ਹਨ, ਜੀਵਨ ਜਿਉਂਦੇ ਹਨ। ਮਹਰਮ ਮਹਲ ਨਾ ਕੋ ਅਟਕਾਵੈ। ਤੇ ਉੱਥੇ ਫਿਰ ਕੋਈ ਅਟਕਾਉਣ ਵਾਲਾ ਨਹੀਂ, ਕੋਈ ਰੋਕਣ ਵਾਲਾ ਨਹੀਂ, ਕਿਸੇ ਨੂੰ ਕੋਈ ਢਿੱਕਾ ਪਾਉਣ ਵਾਲਾ ਨਹੀਂ ਹੈ। ਕਿਉਂਕਿ ਢਿੱਕਾ ਪਾਉਣ ਵਾਲੀਆਂ ਚੀਜ਼ਾਂ ਜਿਹੜੀਆਂ, ਉਹਨਾਂ ਤੋਂ ਬੰਦਾ ਉੱਚਾ ਹੋ ਜਾਂਦਾ ਹੈ। ਮੋਹ ਮਾਇਆ ਦੇ ਢਿੱਕੇ ਪੈਂਦੇ ਹਨ, ਇਹਨਾਂ ਤੋਂ ਬੰਦਾ ਉੱਚਾ ਹੋ ਜਾਂਦਾ। ਇਸ ਕਰਕੇ ਮੋਹ ਮਾਇਆ ਉੱਥੇ ਜੀਵਨ ਦੇ ਰਸਤੇ ਵਿੱਚ ਕੋਈ ਫਿਰ ਰੁਕਾਵਟ ਨਹੀਂ ਪਾਉਂਦੀ। ਕਾਹੇ ਰਵਿਦਾਸ ਖਲਾਸ ਚਮਾਰਾ। ਤੋ ਇਸ ਤਰ੍ਹਾਂ ਰਵਿਦਾਸ ਜੀ ਕਹਿੰਦੇ ਹਨ, ਖਲਾਸ। ਖਲਾਸ ਦਾ ਮਤਲਬ ਹੈ ਮੋਹ ਮਾਇਆ ਤੋਂ ਜਿਸ ਨੇ ਛੁਟਕਾਰਾ ਪ੍ਰਾਪਤ ਕਰ ਲਿਆ ਹੈ, ਜਿਸ ਦੇ ਉੱਤੇ ਮੋਹ ਮਾਇਆ ਦਾ ਕੋਈ ਅਸਰ ਨਹੀਂ ਹੈ, ਨਿਰਲੇਪ ਹੋ ਗਿਆ ਹੈ, ਜੋ ਖਲਾਸ
ਚਮਾਰਾ ਤੋਂ ਚਮਾਰਾ, ਕਿਉਂਕਿ ਲੋਕ ਉਸ ਵੇਲੇ ਨੀਵੀਆਂ ਜਾਤੀਆਂ ਨੂੰ ਚਮਾਰ ਚਮਾਰ ਕਰਕੇ ਕਹਿੰਦੇ ਸਨ, ਅਤੇ ਇਸ ਕਰਕੇ ਗੁਰੂ ਰਵਿਦਾਸ ਜੀ ਨੂੰ ਇਹ ਚਮਾਰਾ ਸ਼ਬਦ ਕਹਿਣ ਵਿੱਚ ਕੋਈ ਇੱਥੇ ਸੰਗ ਨਹੀਂ ਹੈ। ਜੋ ਹਮ ਸ਼ਹਰੀ ਸੋ ਮੀਤ ਹਮਾਰਾ, ਤੋ ਇੱਥੇ ਰਵਿਦਾਸ ਜੀ ਕਹਿੰਦੇ ਹਨ ਜੋ ਜੋ ਸਾਡਾ ਹਮ ਸ਼ਹਿਰੀ ਹੈ, ਸਾਡਾ ਸਤਸੰਗੀ ਹੈ, ਜੋ ਸਾਡੇ ਬੇਗਮਪੁਰੇ ਸ਼ਹਿਰ ਵਿੱਚ ਰਹਿਣ ਵਾਲਾ ਹੈ, ਸੋ ਮੀਤ ਹਮਾਰਾ, ਅਸਲੀ ਉਹ ਸਾਡਾ ਮਿੱਤਰ ਹੈ ਜਿਹੜਾ ਇਸ ਤਰ੍ਹਾਂ ਦੀ ਅਵਸਥਾ ਵਿੱਚ ਰਹਿੰਦਾ ਹੈ। ਤੋ ਇਸ ਸ਼ਬਦ ਵਿੱਚ ਕਿਸੇ ਮਹੱਲ ਦਾ ਜ਼ਿਕਰ ਨਹੀਂ, ਕਿਸੇ ਸ਼ਹਿਰ ਦਾ ਜ਼ਿਕਰ ਨਹੀਂ ਜਿੱਥੇ ਕੋਈ ਇੱਟਾਂ ਵੱਟਿਆਂ ਦਾ ਕੋਈ ਬਣਿਆ ਹੋਇਆ। ਇੱਥੇ ਇੱਕ ਮਨ ਦੀ ਉੱਚੀ ਅਵਸਥਾ ਦਾ ਜ਼ਿਕਰ ਹੈ, ਜਿੱਥੇ ਕੋਈ ਗਮ ਨਹੀਂ ਹੈ, ਜਿੱਥੇ ਕੋਈ ਮੋਹ ਮਾਇਆ ਦਾ ਪ੍ਰਭਾਵ ਜਾਂ ਅਸਰ ਨਹੀਂ ਹੈ। ਅਗਲਾ ਸ਼ਬਦ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਥੇ ਜੋ ਮੰਗਲਾਚਰਨ ਹੈ ਇਹ ਸਹੀ ਰੂਪ ਵਿੱਚ ਲਿਖਿਆ ਹੋਇਆ ਪਹਿਲਾਂ ਹੈ। ਮੰਗਲਾਚਰਨ ਹਮੇਸ਼ਾ ਹੀ ਪਹਿਲਾਂ ਹੁੰਦੇ ਹਨ ਅਤੇ ਪਹਿਲਾਂ ਪੜ੍ਹਨੇ ਚਾਹੀਦੇ ਹਨ। ਮੰਗਲਾਚਰਨ ਤੋਂ ਬਾਅਦ ਹੀ ਬਾਣੀ ਸ਼ੁਰੂ ਹੁੰਦੀ ਹੈ। ਅਤੇ ਇੱਥੇ ਛਾਪੇ ਦੀ ਬੀੜਾਂ ਵਿੱਚ ਇਹ ਉਕਾਈ ਦੇਖਣ ਨੂੰ ਮਿਲਦੀ ਹੈ ਕਿ ਛਾਪੇ ਵਾਲਿਆਂ ਨੇ ਕਿਤੇ ਮੰਗਲਾਚਰਨ ਪਹਿਲਾਂ ਲਿਖਤਾ, ਕਿਤੇ ਮੰਗਲਾਚਰਨ ਜਿਹੜਾ ਉਹ ਹੈਡਿੰਗ ਅਤੇ ਬਾਣੀ ਦੇ ਵਿਚਕਾਰ ਲਿਖਿਆ ਹੋਇਆ। ਪਰ ਕਰਤਾਰਪੁਰੀ ਬੀੜ ਮੁਤਾਬਕ ਮੰਗਲਾਚਰਨ ਜਿਹੜੇ ਉਹ ਸਾਰੇ ਪਹਿਲਾਂ ਪੜ੍ਹੇ ਜਾਂਦੇ ਸਨ, ਪਰ ਉਤਾਰੇ ਕਰਨ ਵਾਲਿਆਂ ਤੋਂ ਇਹ ਉਕਾਈਆਂ ਹੋਈਆਂ ਹਨ। ਤਾਂ ਕਿਸੇ ਨੇ ਜਿਹਨੂੰ ਨਹੀਂ ਪਤਾ ਸੀ ਉਹਨੇ ਮੰਗਲਾਚਰਨ ਆਪਣੀ ਮਰਜ਼ੀ ਨਾਲ ਲਿਖ ਦਿੱਤੇ, ਕਦੀ ਵਿਚਕਾਰ ਕਦੀ ਪਹਿਲਾਂ। ਇੱਥੇ ਸਹੀ ਲਿਖਿਆ ਹੋਇਆ ਅਤੇ ਸਹੀ ਪੜ੍ਹਨਾ ਚਾਹੀਦਾ। ਮੰਗਲਾਚਰਨ ਪਹਿਲਾਂ ਪੜ੍ਹਿਆ ਜਾਂਦਾ ਹੁੰਦਾ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਗੌੜੀ ਬੈਰਾਗਣੀ ਰਵਿਦਾਸ ਜੀਓ। ਘਾਟ ਆਵ ਘਾਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਘਾਟ ਆਵ ਘਾਟ ਡੂੰਗਰ ਘਣਾ, ਇੱਥੇ ਪਹਾੜੀ ਰਸਤਿਆਂ ਦਾ ਜ਼ਿਕਰ ਹੈ। ਅਵ ਘਟ ਔਖੇ, ਘਟ ਦਾ ਮਤਲਬ ਰਸਤੇ, ਡੂੰਗਰ ਹੁੰਦਾ ਪਹਾੜੀ ਰਸਤੇ। ਸੋ ਰਸਤੇ ਬੜੇ ਔਖੇ ਹਨ, ਪਹਾੜੀ ਰਸਤੇ ਹਨ। ਇੱਕ ਨਿਰਗੁਣ ਬੈਲ ਹੁਮਾਰ, ਇਹਨਾਂ ਰਸਤਿਆਂ ਉੱਪਰ ਚੜ੍ਹਨ ਵਾਲਾ ਜਿਹੜਾ ਮੇਰਾ ਮਨ ਹੈ ਇਹ ਮਾੜੇ ਜਿਹੇ ਬਲਦ ਵਰਗਾ ਹੈ, ਮਾੜੇ ਜਿਹੇ ਬਲਦ ਵਰਗਾ। ਰਸਤੇ ਬੜੇ ਔਖੇ ਹਨ, ਭਾਵ ਨਾਮ ਦੀ ਕਮਾਈ ਕਰਨੀ ਬੜੀ ਔਖੀ ਹੈ, ਪਰ ਮਨ ਬੜਾ ਕਮਜ਼ੋਰ ਹੈ, ਮਾੜੇ ਜਿਹੇ ਬਲਦ ਵਰਗਾ ਹੈ। ਇੱਕ ਨਿਰਗੁਣ ਬੈਲ ਹੁਮਾਰ, ਰਮਈਏ ਸਿਉ ਇੱਕ ਬੇਨਤੀ। ਤੋ ਮੇਰੀ ਬੇਨਤੀ ਸੋਹਣੇ ਰਾਮ ਦੇ ਅੱਗੇ ਹੈ। ਮੇਰੀ ਪੂੰਜੀ ਰਾਖੋ ਮੁਰਾਰੇ, ਇਹ ਬੇਨਤੀ ਹੈ ਸੋਹਣੇ ਰਾਮ ਅੱਗੇ ਕਿ ਮੇਰੀ ਜਿਹੜੀ ਰਾਸ਼ੀ ਹੈ, ਮੇਰੀ ਪੂੰਜੀ ਹੈ, ਨਾਮ ਦੀ ਪੂੰਜੀ ਜਿਹੜੀ ਇਹਦੀ ਆਪ ਰੱਖਿਆ ਕਰਿਓ। ਇਹ ਇੱਕ ਬੇਨਤੀ ਹੈ, ਮੇਰੀ ਪੂੰਜੀ ਰਾਖੋ ਮੁਰਾਰੀ। ਸੋ ਇਹ ਮਨ ਬੜਾ ਕਮਜ਼ੋਰ ਹੈ, ਕਮਜ਼ੋਰ ਬੈਲ ਵਰਗਾ ਹੈ। ਇਹ ਨਾਮ ਦੀ ਕਮਾਈ ਨਹੀਂ ਕਰ ਸਕਦਾ, ਨਾਮ ਦੀ ਪੂੰਜੀ ਨਹੀਂ ਜਮ੍ਹਾਂ ਕਰ ਸਕਦਾ। ਸਹਾਇਤਾ ਕਰਿਓ ਮੇਰੀ, ਤਾਂ ਜੋ ਮੈਂ ਇਹ ਨਾਮ ਦੀ ਪੂੰਜੀ ਜਿਹੜੀ ਹੈ ਇਹ ਜਮ੍ਹਾਂ ਕਰਕੇ ਰੱਖ ਸਕਾਂ। ਕੋ ਬਨਜਾਰੋ ਰਾਮ ਕੋ। ਇੱਥੇ ਬਾਬਾ ਰਵਿਦਾਸ ਜੀ ਕਹਿੰਦੇ ਹਨ ਪ੍ਰਭੂ ਦੇ ਨਾਮ ਦਾ ਜੋ ਵਪਾਰ ਕਰਨ ਵਾਲਾ ਹੈ, ਕੋ ਬਨਜਾਰੋ ਰਾਮ ਕੋ, ਕੋਈ ਬੰਦਾ ਜਿਹੜਾ ਮੈਨੂੰ ਮਿਲ ਪਵੇ, ਮੇਰਾ ਟਾਂਡਾ ਲਾ ਦਿਆ ਜਾਏ ਰੇ। ਤੋ ਰੱਬ ਦੇ ਨਾਂ ਦਾ ਵਪਾਰ ਕਰਨ ਵਾਲਾ ਬੰਦਾ ਕੋਈ ਮੈਨੂੰ ਮਿਲ ਜਾਏ ਤਾਂ ਮੈਂ ਵੀ ਆਪਣਾ ਮਾਲ ਜਿਹੜਾ ਉਹ ਲੱਦ ਲਵਾਂ, ਨਾਮ ਧਨ ਜਿਹੜਾ ਮੈਂ ਵੀ ਆਪਣਾ ਉਹ ਲੱਦ ਲਵਾਂ ਨਾਲ ਜਾਣ ਵਾਸਤੇ। ਰਹਾਉ ਹਉ ਬਨਜਾਰੋ ਰਾਮ ਕੋ, ਮੈਂ ਤਾਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਸਹਜ ਕਰੋ ਵਿਆਪਾਰ, ਤੇ ਮੈਂ
ਸਹਿਜ ਅਵਸਥਾ ਵਿੱਚ ਰਹਿ ਕੇ ਇਹ ਜੋ ਨਾਮ ਦਾ ਵਪਾਰ ਹੈ ਕਰਨ ਦਾ ਯਤਨ ਕਰ ਰਿਹਾ ਹਾਂ, ਤੇ ਮੈਨੂੰ ਇਹ ਸਹਿਜ ਅਵਸਥਾ ਵਾਲੀ ਖੱਟੀ ਜਿਹੜੀ ਹੈ ਹਾਸਲ ਹੋ ਜਾਏ, ਮਿਲ ਜਾਏ। ਮੈਂ RAM ਨਾਮ ਤਨ ਲਾਦਿਆ। ਸੋ ਪ੍ਰਭੂ ਦੀ ਕਿਰਪਾ ਨਾਲ ਮੈਂ ਹੁਣ ਪ੍ਰਭੂ ਦੇ ਨਾਮ ਦਾ ਧਨ ਜਿਹੜਾ ਹੈ, ਸੌਦਾ ਜਿਹੜਾ ਹੈ, ਉਹ ਜਮ੍ਹਾਂ ਕਰ ਲਿਆ ਹੈ, ਲੱਦ ਲਿਆ ਹੈ। ਬਿਖ ਲਾਦੀ ਸੰਸਾਰੇ। ਪਰ ਸੰਸਾਰ ਜਿਹੜਾ ਹੈ ਉਹਨੇ ਕੀ ਕੀਤਾ ਹੈ? ਜ਼ਹਿਰ ਦਾ ਵਪਾਰ ਕੀਤਾ ਹੈ। ਜਿਹੜੀ ਆਤਮਿਕ ਮੌਤ ਲਿਆਉਣ ਵਾਲੀ ਮੋਹ ਮਾਇਆ ਰੂਪੀ ਜ਼ਹਿਰ ਹੈ, ਸੰਸਾਰ ਤਾਂ ਇਹਦਾ ਵਪਾਰ ਕਰੀ ਜਾਂਦਾ ਹੈ। ਪਰ ਇਹ ਪ੍ਰਭੂ, ਮੈਂ ਆਪ ਦੀ ਕਿਰਪਾ ਨਾਲ RAM ਨਾਮ ਦਾ ਧਨ ਜਿਹੜਾ ਆ ਉਹ ਹੁਣ ਲੱਦ ਲਿਆ ਹੈ, ਜਮ੍ਹਾਂ ਕਰ ਲਿਆ ਹੈ। ਉਰਵਾਰ ਪਾਰ ਕੇ ਦਾਨੀਆਂ ਲਿਖ ਲੇਹੁ ਆਲ ਪਤਾਲ। ਸੋ ਲੋਕ ਪਰਲੋਕ ਦੀਆਂ ਜਿਹੜੀਆਂ ਸਾਰਿਆਂ ਦੀਆਂ ਕਰਤੂਤਾਂ ਜਾਣਨ ਵਾਲੇ ਜਿਹੜੇ ਆ, ਚੰਗੇ ਮੰਦੇ ਕੰਮ ਜਾਣਨ ਵਾਲੇ, ਜਿਨ੍ਹਾਂ ਨੂੰ ਚਿੱਤਰਗੁਪਤ ਕਿਹਾ ਜਾਂਦਾ ਹੈ, ਤੇ ਇੱਥੇ ਬਾਬਾ ਰਵਿਦਾਸ ਜੀ ਕਹਿੰਦੇ ਹਨ, ਚਿੱਤਰਗੁਪਤੋ, ਇਹ ਚੰਗੀਆਂ ਮੰਦੀਆਂ ਗੱਲਾਂ ਲਿਖਣ ਵਾਲਿਓ, ਲਿਖ ਲਿਓ ਮੇਰੇ ਬਾਰੇ ਜੋ ਤੁਹਾਡਾ ਜੀ ਕਰੇ ਉਹ ਲਿਖ ਲਿਓ, ਮੈਨੂੰ ਪਰਵਾਹ ਨਹੀਂ ਹੈ, ਕਿਉਂਕਿ ਮੈਂ ਮਾੜੇ ਕੰਮ ਕੀਤੇ ਹੀ ਨਹੀਂ। ਮੈਂ ਤਾਂ ਰਾਮ ਦੇ ਨਾਮ ਦਾ ਧਨ ਲੱਦਿਆ ਹੋਇਆ। ਇਸ ਕਰਕੇ ਮੇਰੇ ਬਾਰੇ ਤੁਸੀਂ ਜੋ ਲਿਖਣਾ ਲਿਖ ਲਿਓ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਮੋਹ ਜਮ ਡੰਡ ਨ ਲੱਗ ਗਈ। ਮੈਨੂੰ ਜਮਾਂ ਦਾ ਡੰਡ ਨਹੀਂ ਲੱਗ ਸਕਦਾ। ਜਮਰਾਜ ਜਿਹੜਾ ਹੈ ਉਹ ਮੇਰੇ ਉੱਤੇ ਡੰਨ ਨਹੀਂ ਲਾ ਸਕਦਾ, ਕਿਉਂਕਿ ਡੰਨ ਲੱਗਣ ਵਾਲੀ ਚੀਜ਼ ਮੇਰੇ ਵਿੱਚੋਂ ਤੁਹਾਨੂੰ ਕੋਈ ਲੱਭਣੀ ਨਹੀਂ, ਕਿਉਂਕਿ ਮੈਂ ਤਾਂ ਰਾਮ ਦੇ ਨਾਮ ਦਾ ਧਨ ਲੱਦਿਆ ਹੋਇਆ। ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ, ਤੁਸੀਂ ਜੋ ਮਰਜ਼ੀ ਲਿਖ ਲਓ ਮੇਰੇ ਬਾਰੇ, ਮੈਨੂੰ ਕੋਈ ਡੰਨ ਨਹੀਂ ਲੱਗ ਸਕਦਾ। ਤਜੀਲ ਸਰਬ ਜੰਜਾਲ। ਮੈਂ ਤਾਂ ਮੋਹ ਮਾਇਆ ਦੇ ਜੰਜਾਲ ਸਾਰੇ ਛੱਡ ਕੇ RAM ਨਾਮ ਦਾ ਧਨ ਹੀ ਲੱਦਿਆ ਹੋਇਆ ਹੈ। ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਤੋ ਇਹ ਸੰਸਾਰ ਜਿਹੜਾ ਹੈ ਇਹ ਤਾਂ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਕੁਸੁੰਭੇ ਦਾ ਰੰਗ ਹੁੰਦਾ ਹੈ। ਕੁਸੁੰਭੇ ਦਾ ਰੰਗ ਬੜਾ ਕੱਚਾ ਹੁੰਦਾ ਹੈ ਤੇ ਪੱਕਾ ਨਹੀਂ ਹੁੰਦਾ, ਛੇਤੀ ਲਹਿ ਜਾਂਦਾ ਹੈ। ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਤੋ ਸੰਸਾਰ ਜਿਹੜਾ ਹੈ ਇਹ ਵੀ ਇਸ ਤਰ੍ਹਾਂ ਦਾ ਹੈ, ਸਦਾ ਸਥਾਈ ਰਹਿਣ ਵਾਲਾ ਨਹੀਂ। ਮੇਰੇ ਰਮਈਏ ਰੰਗ ਮਜੀਠ ਕਾ। ਮੇਰੇ ਸੋਹਣੇ RAM ਦਾ, ਸੋਹਣੇ ਪ੍ਰਭੂ ਦਾ। ਇੱਥੇ RAM ਦਾ ਮਤਲਬ ਸ਼੍ਰੀ ਰਾਮਚੰਦਰ ਨਹੀਂ ਹੈ, RAM ਦਾ ਮਤਲਬ ਅਕਾਲ ਪੁਰਖ, ਕਰਤਾ ਪੁਰਖ ਹੈ। ਮੇਰੇ ਰਮਈਏ ਰੰਗ ਮਜੀਠ ਕਾ। ਮੇਰੇ ਪਿਆਰੇ ਪ੍ਰਭੂ ਦਾ ਰੰਗ ਤਾਂ ਮਜੀਠ ਵਰਗਾ ਪੱਕਾ ਹੈ। ਕਹੁ ਰਵਿਦਾਸ ਚਮਾਰ। ਇਹ ਚਮਾਰ ਰਵਿਦਾਸ ਆਖ ਕਿ ਮੈਂ ਤਾਂ ਨਾਮ ਦਾ ਸੌਦਾ ਜਿਹੜਾ ਆ ਉਹ ਲੱਦ ਲਿਆ ਹੈ, ਤੇ ਮੈਨੂੰ ਯਕੀਨ ਹੈ ਕਿ ਮੈਨੂੰ ਕੋਈ ਡੰਨ ਨਹੀਂ ਲੱਗਣ ਵਾਲਾ। ਇਹ ਸੰਸਾਰ ਇਦਾਂ ਦਾ ਜਿਵੇਂ ਕੁਸੁੰਭੇ ਦਾ ਰੰਗ ਹੁੰਦਾ, ਪਰ ਮੇਰੇ ਪਿਆਰੇ ਦਾ ਰੰਗ, ਪ੍ਰਭੂ ਦਾ ਰੰਗ, ਨਾਮ ਦਾ ਰੰਗ ਜਿਹੜਾ ਉਹ ਮਜੀਠ ਵਰਗਾ ਹੈ। ਜਿਸ ਨੂੰ ਚੜ ਜਾਏ ਉਸ ਨੂੰ ਕੋਈ ਡੰਨ ਨਹੀਂ ਲਾ ਸਕਦਾ। ਇੱਕ ਓੰਕਾਰੋ ਸਤਿ ਗੁਰ ਪ੍ਰਸਾਦ। ਗੌੜੀ ਪੂਰਬੀ ਰਵਿਦਾਸ ਜੀ। ਤੋ ਜਿਵੇਂ ਜਿਵੇਂ ਸਿਰਲੇਖ ਗੁਰੂ ਗ੍ਰੰਥ ਸਾਹਿਬ ਲਿਖੇ ਹੋਏ ਹਨ, ਉਸੇ ਤਰ੍ਹਾਂ ਦੇ ਸਿਰਲੇਖ ਜਿਹੜੇ ਆ ਇਹ ਇੱਥੇ ਦਾਸ ਬੋਲ ਰਿਹਾ ਹੈ। ਗੌੜੀ ਪੂਰਬੀ ਇਹ ਰਾਗ ਦਾ ਨਾਂ ਹੈ, ਇਹਦਾ ਸ਼ਬਦ ਹੈ। ਕੂਪ ਭਰਿਓ ਜੈਸੇ ਦਾਦਰਾਂ। ਡੱਡੂਆਂ ਨਾਲ ਜਿਸ ਤਰ੍ਹਾਂ ਕੋਈ ਖੂਹ ਭਰਿਆ ਹੁੰਦਾ ਹੈ, ਖੂਹ ਵਿੱਚ ਜਿਵੇਂ ਬਹੁਤ ਸਾਰੇ ਡੱਡੂ ਹੁੰਦੇ ਹਨ। ਕਛ ਦੇਸ਼ ਵਿਦੇਸ਼ ਨ ਬੂਝ। ਉਹਨਾਂ ਡੱਡੂਆਂ ਨੂੰ ਕਿਸੇ ਦੇ ਖੂਹ ਤੋਂ ਬਾਹਰ ਕਿਸੇ ਦੇਸ਼ ਪ੍ਰਦੇਸ਼ ਦੀ ਕੋਈ ਸੋਝ ਨਹੀਂ ਹੁੰਦੀ। ਉਹਨਾਂ ਨੂੰ ਸਿਰਫ ਖੂਹ ਦਾ ਪਤਾ ਹੁੰਦਾ ਵੀ ਇੰਨਾ ਕੁ ਦਾਇਰਾ ਹੈ, ਉਨਾ ਕੁ ਗਿਆਨ ਹੁੰਦਾ ਹੈ ਉਹਨਾਂ ਨੂੰ। ਐਸੇ ਮੇਰਾ ਮਨ ਵਿਖਿਆ ਬਿਮ ਹੋਇਆ। ਇਸੇ ਤਰ੍ਹਾਂ ਜਿਵੇਂ ਡੱਡੂਆਂ ਨੂੰ ਥੋੜ੍ਹਾ ਗਿਆਨ ਹੈ,
ਇਸ ਤਰ੍ਹਾਂ ਮੇਰਾ ਮਨ ਜਿਹੜਾ ਇਹ ਮੋਹ ਮਾਇਆ ਵਿੱਚ ਵਿਮੋਹਿਆ ਗਿਆ ਹੈ। ਕਛ ਆਰਾ ਪਾਰ ਨ ਸੂਝ। ਤੋ ਇਸ ਮੋਹ ਮਾਇਆ ਦੇ ਅਧੀਨ ਜਦੋਂ ਮਨ ਹੋ ਜਾਂਦਾ ਹੈ, ਇਸ ਨੂੰ ਫਿਰ ਕੋਈ ਉਰਲਾ ਪਾਰਲਾ ਬੰਨਾ ਜਿਹੜਾ ਹੈ, ਕੁਛ ਆਰਾ ਪਾਰ ਨਾ ਸੂਝ, ਉਹਨੂੰ ਫਿਰ ਇੱਥੋਂ ਨਿਕਲਣ ਦਾ ਕੋਈ ਬੰਨਾ ਨਹੀਂ ਸੁਝਦਾ, ਕੋਈ ਰਸਤਾ ਨਹੀਂ ਸੁਝਦਾ। ਇਹ ਗੱਲਾਂ ਭਾਵੇਂ ਉਹਨਾਂ ਨੇ ਆਪਣੇ ਤੇ ਲਈਆਂ ਹਨ, ਪਰ ਇਹ ਗੱਲਾਂ ਸਾਰੇ ਜੀਵਾਂ ਵਾਸਤੇ ਕਹੀਆਂ ਹਨ, ਸਾਡੇ ਵਾਸਤੇ ਕਹੀਆਂ ਹਨ। ਜਦੋਂ ਮੋਹ ਮਾਇਆ ਦੇ ਵਿੱਚ ਮਨ ਫਸ ਜਾਵੇ ਤਾਂ ਇਸ ਚੋਂ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਲੱਭਦਾ, ਬੜਾ ਔਖਾ ਹੁੰਦਾ ਹੈ। ਸਗਲ ਭਵਨ ਕੇ ਨਾਇਕਾ, हे ਸਾਰੀ ਦੁਨੀਆ ਦੇ ਮਾਲਕ, हे ਸਾਰੀ ਦੁਨੀਆ ਦੇ ਨਾਇਕ ਸਰਦਾਰਾ, ਇੱਕ ਚਿੰਨ ਦਰਸ਼ ਦਿਖਾਏ ਜੀ, ਮੈਨੂੰ ਇੱਕ ਖਿੰਨ ਵਾਸਤੇ ਆਪਣਾ ਦੀਦਾਰ ਦੇ। ਇਹਦਾ ਮਤਲਬ ਹੈ ਖਿੰਨ ਭਰ ਵੀ ਮੈਨੂੰ ਯਾਦ ਆ ਜਾ, ਖਿੰਨ ਭਰ ਵੀ ਮੇਰੇ ਮਨ ਵਿੱਚ ਵਸ ਜਾ। ਤੇਰੀ ਯਾਦ ਜਿਹੜੀ ਹੈ, ਤੇਰਾ ਸ਼ੁਕਰ ਜਿਹੜਾ ਹੈ, ਉਹ ਮੇਰੇ ਮਨ ਵਿੱਚ ਖਿੰਨ ਭਰ ਲਈ ਵੀ ਵਸ ਜਾਏ, ਕਿਰਪਾ ਕਰੋ। ਰਹਾ ਮਲਿਨ ਭਈ ਮਤ ਮਾਧਵਾ, ਇਹ ਮਤ ਜਿਹੜੀ ਹੈ ਇਹ ਮੈਲੀ ਹੋਈ ਪਈ ਹੈ, ਤੇਰੀ ਗਤੀ ਲਖੀ ਨਾ ਜਾਏ। ਇਸ ਮੈਲੀ ਮਤ ਨਾਲ ਤੇਰੀ ਜਿਹੜੀ ਅਵਸਥਾ ਹੈ, ਤੇਰੇ ਬਾਰੇ ਕੁਝ ਗਿਆਨ ਪ੍ਰਾਪਤ ਨਹੀਂ ਹੋ ਸਕਦਾ, ਸੋਝ ਨਹੀਂ ਹੋ ਸਕਦੀ। ਇਸ ਕਰਕੇ ਕਿਉਂਕਿ ਮਤ ਮੈਲੀ ਹੈ, ਕਰੋ ਕਿਰਪਾ ਭ੍ਰਮ ਚੂਕਈ, ਕਿਰਪਾ ਕਰੋ ਇਹ ਭ੍ਰਮ ਦੂਰ ਹੋ ਜਾਏ, ਮਤ ਜਿਹੜੀ ਹੈ ਮੈਲੀ ਇਹ ਸ਼ੁੱਧ ਹੋ ਜਾਏ, ਪਵਿੱਤਰ ਹੋ ਜਾਏ। ਮੈਂ ਸੁਮਤ ਦੇ ਹੋ ਸਮਝਾਏ, ਤੂੰ ਮੈਨੂੰ ਸੱਚੀ ਮਤ ਬਖਸ਼ ਦਿਓ, ਮੇਰੀ ਭਟਕਣਾ ਮੁੱਕ ਜਾਏ ਮੋਹ ਮਾਇਆ ਦੀ। ਜੋਗੀ ਸ਼ਰ ਪਾਵੈ ਨਹੀਂ, ਜੋਗੀ ਸ਼ਰ ਦਾ ਮਤਲਬ ਜੋਗੀ ਜਿਵੇਂ ਈਸ਼ਰ, ਵੱਡੇ ਵੱਡੇ ਜੋਗੀ ਜਿਹੜੇ ਹਨ, ਪਾਵੈ ਨਹੀਂ, ਉਹ ਵੀ ਨਹੀਂ ਪਾ ਸਕਦੇ। ਕਿ ਤੋ ਗੁਣ ਕਥਨ ਅਪਾਰ, ਤੇਰੇ ਗੁਣ ਇੰਨੇ ਹਨ, ਬੇਅੰਤ ਹਨ, ਇਹ ਵੱਡੇ ਵੱਡੇ ਜੋਗੀ ਵੀ ਇਹਨਾਂ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਪ੍ਰੇਮ ਭਗਤੀ ਕੈ ਕਾਰਣ, ਸੋ ਪ੍ਰੇਮ ਭਗਤੀ ਕੈ ਕਾਰਣੇ, ਪ੍ਰੇਮ ਭਗਤੀ ਦੀ ਬਖਸ਼ਿਸ਼ ਹੋ ਜਾਏ। ਕਹ ਰਵਿਦਾਸ ਚਮਾਰ, हे ਰਵਿਦਾਸ ਚਮਾਰ, ਆਖ ਵੀ ਸਿਫਤ ਸਲਾਹ ਪ੍ਰਭੂ ਦੀ ਕਰ, ਉਸ ਦੀ ਬੰਦਗੀ ਕਰ, ਤਾਂ ਜੋ ਤੈਨੂੰ ਵੀ ਪ੍ਰੇਮ ਭਗਤੀ ਵਾਲੀ ਬਖਸ਼ਿਸ਼ ਹੋ ਜਾਏ, ਮਿਲ ਜਾਏ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਗੌੜੀ ਬੈਰਾਗਣੀ ਇਹ ਨਾਂ ਹੈ, ਰਾਗ ਗੌੜੀ ਦੀ ਇੱਕ ਕਿਸਮ ਹੈ, ਗੌੜੀ ਬੈਰਾਗਣੀ। ਸਤਿਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ। ਤੋ ਇਹਦੇ ਵਿੱਚ ਕਿਵੇਂ ਕਿਵੇਂ ਯੁੱਗਾਂ ਵਿੱਚ ਚੱਲ ਰਿਹਾ ਸੀ, ਉਹਦੇ ਬਾਰੇ ਇਹਦੇ ਵਿੱਚ ਬਿਆਨ ਕੀਤਾ ਗਿਆ ਹੈ। ਇੱਥੇ ਕਿਸੇ ਪੰਡਤ ਨਾਲ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਹੈ। ਯੁੱਗਾਂ ਦੀ ਗੱਲ ਹੈ। ਸਤਯੁਗ ਸਤ, ਸਤਯੁਗ ਵਿੱਚ ਦਾਨ, ਸਤ ਦਾ ਮਤਲਬ ਹੈ ਦਾਨ। ਤੇਤਾ ਜੱਗੀ, ਤੋ ਸਤਯੁਗ ਵਿੱਚ ਦਾਨ ਕਰਨਾ ਪ੍ਰਧਾਨ ਸੀ। ਤ੍ਰੇਤੇ ਯੁੱਗ ਵਿੱਚ ਜਿਹੜਾ ਉਹ ਜੱਗ ਚੱਲਦੇ ਰਹੇ, ਬੜੇ ਬੜੇ ਜੱਗ ਹੁੰਦੇ ਰਹੇ। ਦੁਆਪਰ ਪੂਜਾ ਚਾਰ, ਤੇ ਦੁਆਪਰ ਆ ਗਿਆ, ਉਹਦੇ ਵਿੱਚ ਦੇਵਤਿਆਂ ਦੀ ਪੂਜਾ ਕਰਨੀ ਜਿਹੜੀ ਹੈ ਇਹ ਲੋਕਾਂ ਵਿੱਚ ਪ੍ਰਧਾਨ ਕਰਮ ਬਣ ਗਿਆ, ਲੋਕਾਂ ਦਾ ਕਰਮ ਬਣ ਗਿਆ। ਤੀਨੋਂ ਯੁੱਗ ਤੀਨੋਂ ਦਿੜੇ। ਤੋ ਇਸ ਤਰ੍ਹਾਂ ਤੁਸੀਂ ਇਹ ਕਹਿੰਦੇ ਹੋ ਕਿ ਤਿੰਨੇ ਯੁੱਗ ਜਿਹੜੇ ਆ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ, ਕਰਮ ਕਾਂਡਾਂ ਉੱਤੇ ਜ਼ੋਰ ਦਿੰਦੇ ਸਨ ਤਿੰਨੇ। ਕਲ ਕੇਵਲ ਨਾਮ ਆਧਾਰ, ਤੇ ਹੁਣ ਕਲਯੁਗ ਵਿੱਚ ਸਿਰਫ ਰਾਮ ਨਾਮ ਦਾ ਆਸਰਾ ਹੈ, ਅਕਾਲ ਪੁਰਖ ਦਾ ਹੀ ਸਹਾਰਾ ਹੈ। ਇਸ ਯੁੱਗ ਵਿੱਚ ਪਿਛਲੇ ਯੁੱਗਾਂ ਦੇ ਕਰਮ ਧਰਮ ਕਰਮ ਕਾਂਡ ਜਿਹੜੇ ਆ ਉਹ ਕੁਝ ਅਰਥ ਨਹੀਂ ਰੱਖਦੇ। ਪਾਰ ਕੈਸੇ ਪਾਏ ਬੋਰੇ,
हे ਪੰਡਿਤ ਜੀ, ਇਹਨਾਂ ਯੁੱਗਾਂ ਦੇ ਵੱਡੇ ਵੱਡੇ ਜਿਹੜੇ ਕਰਮ ਧਰਮ ਸੀ, ਇਹ ਕਰਦਿਆਂ ਕਰਦਿਆਂ ਇਹਨਾਂ ਨੂੰ ਕਰਨ ਨਾਲ ਪਾਰ ਕੈਸੇ ਪਾਏ ਬੋਰੇ, ਪਾਰਲਾ ਬੰਨਾ ਜਿਹੜਾ ਹੈ ਉਹ ਕਿਵੇਂ ਲੱਭਿਆ ਜਾ ਸਕਦਾ ਹੈ? ਸੰਸਾਰ ਸਮੁੰਦਰ ਤੋਂ ਤਰਨ ਦਾ ਇਹ ਪਾਰਲਾ ਬੰਨਾ ਕਿਵੇਂ ਲੱਭ ਸਕਦੇ ਹਾਂ? ਮੋਸੋਂ ਕੋ ਨਾ ਕਹਿ ਸਮਝਾਏ। ਤੇ ਪੰਡਿਤ ਜੀ, ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਇਹ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਕਿ ਇਹ ਕਿਵੇਂ ਪਾਰਲਾ ਬੰਨਾ ਲੱਭਣਾ ਹੈ। ਜਾਤੇ ਆਵਾ ਗਗਨ ਬਿਲਾਏ, ਜਿਹਦੀ ਸਹਾਇਤਾ ਨਾਲ ਇਹ ਜਿਹੜਾ ਮਨੁੱਖ ਦਾ ਜਨਮ ਮਰਨ ਦਾ ਚੱਕਰ ਆਵਾ ਗਾਉਣ ਦਾ ਗੇੜਿਆ ਇਹ ਮੁੱਕ ਸਕੇ, ਇਹ ਤੁਹਾਡੇ ਵਿੱਚ ਮੈਨੂੰ ਕੋਈ ਵੀ ਦੱਸ ਨਹੀਂ ਸਕਿਆ। ਰਹਾ ਬਹੁ ਵਿਧੀ ਧਰਮ ਨਿਰੂਪੀ ਹੈ। ਸੋ ਕਈਆਂ ਤਰੀਕਿਆਂ ਨਾਲ ਧਰਮ ਨਿਰੂਪੀ ਹੈ, ਕਰਤਾ ਦਿਸੈ ਸਭ ਲੋਏ। ਸੋ ਬਹੁਤ ਸਾਰੇ ਤਰੀਕਿਆਂ ਨਾਲ ਸ਼ਾਸਤਰਾਂ ਦੇ ਅਨੁਸਾਰ ਵਰਨਾ ਆਸ਼ਰਮਾਂ ਦੇ ਜਿਹੜੇ ਕਰਤੱਵ ਹਨ ਉਹਨਾਂ ਦੀ ਹੱਦਬੰਦੀ ਕੀਤੀ ਗਈ ਹੈ। ਵਰਨ ਆਸ਼ਰਮ ਬਣਾਏ ਗਏ ਹਨ ਸ਼ਾਸਤਰਾਂ ਦੇ ਅਨੁਸਾਰ, ਕਈ ਢੰਗਾਂ ਨਾਲ, ਕਈ ਤਰੀਕਿਆਂ ਨਾਲ। ਕਵਨ ਕਰਮ ਤੇ ਛੂਟੀ ਹੈ। ਤੋ ਇਹ ਸਾਰਾ ਸੰਸਾਰ ਜਿਹੜਾ ਆ ਇਹੀ ਮਿੱਥੇ ਕਰਮ ਜਿਹੜੇ ਸ਼ਾਸਤਰਾਂ ਦੇ ਕਰਮ ਕਾਂਡ ਜਿਹੜਾ ਇਹ ਕਰਦਾ ਨਜ਼ਰ ਆ ਰਿਹਾ ਹੈ। ਕਵਨ ਕਰਮ ਤੇ ਛੂਟੀ ਹੈ। ਤੇ ਇਹ ਜਿਹੜੇ ਕਰਮ ਧਰਮ ਹਨ ਇਸ ਤਰ੍ਹਾਂ ਦੇ ਸ਼ਾਸਤਰਾਂ ਵਿੱਚ ਲਿਖੇ ਹੋਏ, ਇਹਨਾਂ ਦੇ ਕਰਨ ਨਾਲ ਫਿਰ ਆਵਾਗਮਨ ਜਿਹੜਾ ਦੁਨੀਆ ਵਿੱਚ ਆਉਣਾ ਜਾਣਾ, ਇਸ ਤੋਂ ਕਹਿੰਦੇ ਕਿਵੇਂ ਫਿਰ ਖਲਾਸੀ ਹੋ ਸਕਦੀ ਹੈ? ਕਵਨ ਕਰਮ ਤੇ ਛੂਟੀ ਹੈ, ਜੇ ਸਾਧੇ ਸਭ ਸਿੱਧੀ ਹੋਏ। ਤੋ ਕਿਹੜਾ ਕਰਮ ਫਿਰ ਕਰੀਏ ਜਿਸ ਦੇ ਕਰਨ ਨਾਲ ਸਾਨੂੰ ਜਨਮ ਮਰਨ ਤੋਂ ਖਲਾਸੀ ਹੋ ਜਾਏ? ਤੋ ਕਿਹੜਾ ਕਰਮ ਹੈ ਜਿਸ ਦੇ ਕਰਨ ਨਾਲ ਜੀਵਨ ਮਨੋਰਥ ਜਿਹੜਾ ਹੈ ਉਹ ਫਿਰ ਸਫਲ ਹੋ ਜਾਏ? ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਨ ਵੇਦ ਪੁਰਾਨ। ਸੋ ਵੇਦਾਂ ਤੇ ਪੁਰਾਣਾਂ ਨੂੰ ਸੁਣ ਸੁਣ ਕੇ ਸਗੋਂ ਹੋਰ ਵੀ ਬੰਦੇ ਦੇ ਸ਼ੰਕੇ ਜਿਹੜੇ ਆ ਉਹ ਵੱਧ ਰਹੇ ਹਨ। ਸੰਸ਼ਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਤੋ ਇਹ ਵਿਚਾਰ ਫੇ ਕਰੀ ਦੀਏ ਕਿ ਕਿਹੜਾ ਕਰਮ ਜਿਹੜਾ ਸ਼ਾਸਤਰਾਂ ਦੇ ਅਨੁਸਾਰ ਹੈ ਤੇ ਕਿਹੜਾ ਕਰਮ ਸ਼ਾਸਤਰਾਂ ਨੇ ਸਾਨੂੰ ਕਰਨ ਤੋਂ ਵਰਜਿਆ ਹੈ। ਬਾਹਰ ਉਦਿਕ ਪਖਾਰੀਐ, ਕੱਢ ਭੀਤਰ ਵਿਵਧਿ ਵਿਕਾਰ। ਤੋ ਜਿਹੜੇ ਵਰਨ ਆਸ਼ਰਮ ਹਨ ਇਹਨਾਂ ਦੇ ਕਰਮ ਧਰਮ ਕਰਦਿਆਂ ਮਨੁੱਖ ਦੇ ਹਿਰਦੇ ਵਿੱਚ ਫਿਰ ਵੀ ਡਰ ਜਾਂ ਸਹਿਮ ਜਿਹੜਾ ਇਹ ਟਿਕਿਆ ਰਹਿੰਦਾ ਹੈ। ਤੇ ਦੱਸੋ ਫਿਰ ਕਿਹੜਾ ਕਰਮ ਧਰਮ ਤੁਸੀਂ ਦੱਸਦੇ ਹੋ ਸਾਨੂੰ ਜੋ ਮਨ ਦਾ ਹੰਕਾਰ ਦੂਰ ਕਰੇ? ਬਾਹਰ ਉਦਿਕ ਪਖਾਰੀਐ, ਕੱਢ ਭੀਤਰ ਵਿਵਧਿ ਵਿਕਾਰ। ਹੇ ਪੰਡਤ ਜੀ, ਤੁਸੀਂ ਕਹਿੰਦੇ ਹੋ ਤੀਰਥ ਇਸ਼ਨਾਨ ਕਰੋ। ਤੀਰਥ ਇਸ਼ਨਾਨ ਤੇ ਬਾਹਰ ਉਦਿਕ ਦਾ ਮਤਲਬ ਪਾਣੀ ਵਿੱਚ ਉਦਿਕ ਪਖਾਰੀਐ। ਤੁਸੀਂ ਕਹਿੰਦੇ ਹੋ ਤੀਰਥਾਂ ਤੇ ਇਸ਼ਨਾਨ ਕਰੋ ਜਾ ਕੇ, ਪਰ ਤੀਰਥਾਂ ਤੇ ਜਾ ਕੇ ਸਰੀਰ ਦਾ ਤਾਂ ਬਾਹਰਲਾ ਪਾਸਾ ਜਿਹੜਾ ਚਮੜੀ ਧੋਤੀ ਜਾ ਸਕਦੀ ਹੈ। ਘਟ ਭੀਤਰ ਵਿਵਧ ਵਿਕਾਰ। ਤੇ ਹਿਰਦੇ ਵਿੱਚ ਤਾਂ ਕਈ ਕਿਸਮ ਦੇ ਜਿਹੜੇ ਮੋਹ ਮਾਇਆ ਦੇ ਵਿਕਾਰ ਜਿਹੜੇ ਆ ਉਹ ਫਿਰ ਵੀ ਟਿਕੇ ਰਹਿੰਦੇ ਹਨ। ਇਸ ਤਰ੍ਹਾਂ ਤੀਰਥ ਇਸ਼ਨਾਨ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਸ਼ੁੱਧ ਕਵਨ ਪਰ ਹੋਏ ਬੋ, ਕੌਣ ਇਸ ਤਰ੍ਹਾਂ ਸ਼ੁੱਧ ਹੋ ਸਕਦਾ ਹੈ? ਸੁਚ ਕੁੰਚਰ ਵਿਧ ਵਿਵਹਾਰ। ਤੋ ਇਹ ਤਾਂ ਤੀਰਥ ਇਸ਼ਨਾਨ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਮ ਹੈ, ਕਿਉਂਕਿ ਹਾਥੀ ਨੂੰ ਕੁੰਚਰ ਨੂੰ ਇਸ਼ਨਾਨ ਕਰਾ ਦਈਏ ਉਹ ਮੁੜ ਕੇ ਫਿਰ ਆਪਣੇ ਉੱਤੇ ਪੁੱਟ ਕੇ ਮਿੱਟੀ ਜਿਹੜੀ ਆ ਉਹ ਪਾ ਲੈਂਦਾ ਹੈ। ਇੱਦਾਂ ਦਾ ਤੀਰਥਾਂ ਦਾ ਜਿਹੜਾ ਇਹ ਫਲ ਹੈ ਜਿਸ ਤੋਂ ਬੰਦੇ ਦਾ ਛੁਟਕਾਰਾ ਨਹੀਂ ਹੋ ਸਕਦਾ, ਮੋਹ ਮਾਇਆ ਦੇ ਚੱਕਰ ਤੋਂ ਬੰਦਾ ਬਚ ਨਹੀਂ ਸਕਦਾ। ਰਵੀ ਪ੍ਰਕਾਸ਼ ਰਜਨੀ ਜਥਾ, ਗਤੀ ਜਾਣਤ ਸਭ ਸੰਸਾਰ। हे ਪੰਡਤ,
ਸਾਰਾ ਸੰਸਾਰ ਤਾਂ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਹ ਸਾਰਾ ਸੰਸਾਰ ਜਾਣਦਾ ਹੈ। ਪਾਰਸ਼ ਮਾਨੋ ਤਾਂਬੋ ਛੂਏ, ਕਨਕ ਹੋਤ ਨਹੀਂ ਬਾਰ। ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ਼ ਨਾਲ ਛੋਹਿਆਂ ਉਸਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ। ਪਰਮ ਪਰਸ਼ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਤੋ ਜਿਸ ਦੇ ਪੂਰਬਲੇ ਭਾਗ ਜਾਗ ਪੈਣ ਉਸ ਨੂੰ ਫਿਰ ਗੁਰੂ ਮਿਲਦਾ ਹੈ। ਜਿਹੜਾ ਗੁਰੂ ਮਿਲਦਾ ਹੈ, ਐਸਾ ਗੁਰੂ ਜੋ ਸਾਰੇ ਪਾਰਸਾਂ ਤੋਂ ਵਧੀਆ ਪਾਰਸ ਹੈ, ਜਿਹਨੂੰ ਅਸੀਂ ਪਰਮ ਪਾਰਸ ਕਹਿ ਸਕਦੇ ਹਾਂ। ਇਹ ਪੂਰਬ ਲਿਖਤ ਲਿਲਾਟ ਕਾਰਨ ਮਿਲਦਾ ਹੈ। ਉਹਨੂੰ ਮਨ ਹੀ ਮਿਲੇ, ਛੁਟਕਤ ਬੱਜਰ ਕਪਾਟ। ਤੋ ਇਸ ਤਰ੍ਹਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਮਿਲ ਪੈਂਦਾ ਹੈ, ਤੇ ਫਿਰ ਮਨ ਵਿੱਚ ਤਾਂ ਜਾਗਦੀ ਹੈ ਕਿ ਰੱਬ ਨੂੰ ਯਾਦ ਰੱਖਣਾ ਹੈ, ਰੱਬ ਨੂੰ ਮਿਲਣਾ ਹੈ, ਭਾਵ ਰੱਬ ਦੀ ਯਾਦ ਮਨ 'ਚ ਵਸਾਉਣੀ ਹੈ। ਤੇ ਇਸ ਤਰ੍ਹਾਂ ਉਹ ਅੰਤਰਾਤਮਾ ਵਿੱਚ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ ਤੇ ਮਨ ਦੇ ਜਿਹੜੇ ਕਪਾਟ ਹੈ ਉਹ ਖੁੱਲ ਜਾਂਦੇ ਹਨ। ਛੁਟਕਤ ਬੱਜਰ ਕਪਾਟ, ਮਨ ਦੇ ਕਵਾੜ ਖੁੱਲ ਜਾਂਦੇ ਹਨ, ਕਰੜੇ ਕਵਾੜ, ਭਾਵ ਮੋਹ ਮਾਇਆ ਤੋਂ ਮਨ ਦਾ ਛੁਟਕਾਰਾ ਹੁੰਦਾ ਹੈ। ਕੂੜ ਦੀ ਕੰਧ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਭਗਤੀ ਜੁਗਤੀ ਮਤ ਸਤ ਕਰੀ, ਪ੍ਰਮ ਬੰਧਨ ਕਾਟ ਵਿਕਾਰ। ਤੋ ਜਿਹੜੇ ਵੀ ਜੀਵ ਨੇ ਪਰਮਾਤਮਾ ਦੀ ਭਗਤੀ ਵਿੱਚ ਜੁੜ ਕੇ ਇਹ ਭਟਕਣਾ ਤੇ ਮੋਹ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਜਿਹੜੀ ਅਕਲ ਹੈ, ਬੁੱਧੀ ਹੈ, ਉਹਨੂੰ ਮਾਇਆ ਦੇ ਵਿੱਚ ਡੋਲਣ ਤੋਂ ਵਰਤ ਲਿਆ ਹੈ, ਰੋਕ ਲਿਆ ਹੈ। ਸੇਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਤੋ ਇਸ ਤਰ੍ਹਾਂ ਉਹੀ ਮਨੁੱਖ ਜਿਹੜੇ ਹਨ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਉਹ ਆਨੰਦ ਵਿੱਚ ਪ੍ਰਭੂ ਨੂੰ ਆਪਣੇ ਅੰਦਰ ਹੀ ਪਾ ਲੈਂਦੇ ਨੇ, ਅੰਦਰ ਹੀ ਮਿਲ ਪੈਂਦੇ ਹਨ, ਆਪਣੇ ਅੰਦਰ ਹੀ ਉਸ ਨੂੰ ਢੂੰਡ ਲੈਂਦੇ ਹਨ। ਤੇ ਇਸ ਤਰ੍ਹਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ, ਜੋ ਮਾਇਆ ਦੇ ਜਿਹੜੇ 3 ਗੁਣ ਹਨ, ਰਜੋ ਤਮੋ ਸਤੋ, ਇਹਨਾਂ ਤੋਂ ਪਰੇ ਹੈ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਤੋ ਮਨ ਨੂੰ ਮੋਹ ਮਾਇਆ ਤੋਂ ਰੋਕਣ ਦੇ ਜੋ ਹੋਰ ਯਤਨ ਹਨ ਕੀਤੇ ਜਾਣ ਰੱਬ ਦੀ ਯਾਦ ਤੋਂ ਬਿਨਾਂ, ਤਾਂ ਵੀ ਜਿਹੜੀ ਆ ਮੋਹ ਮਾਇਆ ਦੀ ਭਟਕਣ ਜਿਹੜੀ ਆ ਉਹ ਟਲਦੀ ਨਹੀਂ। ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਸੋ ਇਹ ਕਿਵੇਂ ਟਲਦੀ ਹੈ? ਪ੍ਰੇਮ ਭਗਤੀ ਨਹੀਂ ਊਪਜੈ, ਤਾਂ ਤੇ ਰਵਿਦਾਸ ਉਦਾਸ। ਸੋ ਪ੍ਰਭੂ ਦੀ ਬੰਦਗੀ ਨਾਲ ਮੋਹ ਮਾਇਆ ਦੀ ਭਟਕਣ ਜਿਹੜੀ ਹੈ ਉਹ ਮੁੱਕਦੀ ਹੈ। ਤੋ ਜੇ ਮੋਹ ਮਾਇਆ ਦੀ ਭਟਕਣੀ ਜਿਹੜੀ ਹੈ ਬਣੀ ਰਹੇ, ਕਰਮ ਕਾਂਡਾਂ ਵਿੱਚ ਫਸਿਆ ਹੋਇਆ, ਤਾਂ ਫਿਰ ਪ੍ਰਭੂ ਦੀ ਜਿਹੜੀ ਯਾਦ ਹੈ ਉਹ ਮਨ 'ਚ ਪੈਦਾ ਨਹੀਂ ਹੋ ਸਕਦੀ, ਪ੍ਰੇਮ ਭਗਤੀ ਪੈਦਾ ਨਹੀਂ ਹੋ ਸਕਦੀ। ਇਸ ਵਾਸਤੇ ਤਾਂ ਤੇ ਰਵਿਦਾਸ ਉਦਾਸ, ਤਾਂ ਤੇ ਬਾਬਾ ਰਵਿਦਾਸ ਜੀ ਕਹਿੰਦੇ ਹਨ, ਮੈਂ ਜਿਹੜੇ ਇਹ ਕਰਮਕਾਂਡ ਹਨ ਵੇਦਾਂ ਸ਼ਾਸਤਰਾਂ ਦੇ, ਇਹਨਾਂ ਤੋਂ ਉਦਾਸ ਹੋ ਗਿਆ ਹੈ, ਇਹਨਾਂ ਤੋਂ ਉਪਰਾਮ ਹੋ ਗਿਆ ਹਾਂ। ਮੈਂ ਇਹ ਕਰਮ ਧਰਮ ਕਰਨੇ ਵੇਦਾਂ ਸ਼ਾਸਤਰਾਂ ਦੇ ਛੱਡ ਦਿੱਤੇ ਹਨ। ਮੈਂ ਕੇਵਲ ਪ੍ਰਭੂ ਦੀ ਭਗਤੀ ਜਿਹੜੀ ਹੈ, ਪ੍ਰਭੂ ਦੀ ਯਾਦ ਜਿਹੜੀ ਹੈ ਉਸ ਨਾਲ ਹੀ ਜੁੜਿਆ, ਉਸ ਨੂੰ ਆਪਣੇ ਮਨ ਵਿੱਚ ਵਸਾਇਆ ਹੈ।